ਲੱਖੇ ਸਦਾਣੇ ਨੇ ਜੇ ਸਟੇਜ ਤੋਂ ਬੋਲਣਾ ਸੰਯੁਕਤ ਕਿਸਾਨ ਮੋਰਚੇ ਦੀ ਤਾਂ ਦੀਪ ਸਿੱਧੂ ਦੇ ਨਾਲ ਸਾਰੇ ਹੀ ਨਾਤੇ ਤੋੜੇਗਾ। ਇਸ ਵਿੱਚ ਇਹ ਵੀ ਲਿਖਿਆ ਕਿ ਲੱਖਾ ਸਦਾਣਾ 25-26 ਦੀ ਮਾफ़ी ਮੰਗੂਗਾ और ਬਕਾਇਦਾ ਸਾਰਾ ਕੁਝ ਹੀ ਇਹ ਸਟੇਜ ਤੋਂ ਪੜ੍ਹ ਕੇ ਸੁਣਾਇਆ ਜਾਣਾ ਸੀ कि जे लखा इस फैसले उत्ते मन्नूगा तां किसान संघर्ष कमेटी की स्टेज तो आके बोलेगा। ਜਿਹੜੇ ਜਿਹੜੇ ਉਧਰ ਨੂੰ ਸਾਡੇ ਨੌਜਵਾਨ ਵੀਰ ਵੀ ਗਏ ਨੇ ਉਹ ਜੇ ਗਏ ਨੇ ਤਾਂ ਕਿਸ ਵਜ੍ਹਾ ਨਾਲ ਗਏ ਨੇ ਸੋ ਉਹਦੇ ਤਹਿਤ ਹੀ ਇਹ ਸਾਰਾ ਕੁਝ ਲਿਖਿਆ ਸੀ। जो तुसीं ये लिखिया सी हुण इसे अमल होऊगा कि लखा बोलूगा दोबारा माफ़ी मंगूगा कि लखा ये कहूगा स्टेज पर चढ़ के कि दीप सिद्धू नाल मेरा कोई नाता नहीं और उन्होंने आके कहा भी साडी पूरी दी पूरी गल हो गई क्योंकि ये विच ये भी लिखिया होया कि वो गारंटी ਉਹਦੀ ਚੱਕਣਗੇ। जो तुसीं 3 ਬੰਦੇ ਦੇ ਨਾਮ ਲਏ ਨੇ ਆਗੂਆਂ ਦੇ ਨਾਮ ਲਏ ਨੇ ਕਿ ਲੱਖੇ ਨੂੰ ਮਿਲੇ ਵੀ ਨਹੀਂ ਸੀ ਇਹਨਾਂ ਨੇ ਪ੍ਰੈਸ ਕਾਨਫਰੰਸ ਅਨਾਉਂਸਮੈਂਟ ਕਰਤੀ ਕਿ ਲੱਖਾ ਸਾਡੀ ਸਟੇਜ ਤੋਂ ਬੋਲੂਗਾ ਤੁਹਾਨੂੰ ਇਤਰਾਜ਼ ਵੀ ਹੈਗਾ ਸੀ ਉਹਨਾਂ ਤੇ ਤੁਹਾਡੀ ਸਾਰੀ ਬੱਤੀ ਜਥੇਬੰਦੀ ਨੇ ਵੀ ਕਿਉਂ ਗੱਲ ਬੋਲੀਗੀ ਤੁਸੀਂ ਗੱਲ ਕਰ ਲਈ ਉਹ ਕਹਿੰਦੇ ਅਸੀਂ ਗੱਲ ਕਰ ਲਈ ਹੈ ਔਰ ਅਸੀਂ ਉਹਨਾਂ ਨੂੰ ਇੱਕੋ ਹੀ ਸਵਾਲ ਪੁੱਛਿਆ ਕਿ ਤੁਸੀਂ ਹੁਣ ਗਾਰੰਟੀ ਦਿੰਦੇ ਹੋ ਉਹ ਕਹਿੰਦੇ ਅਸੀਂ ਗਾਰੰਟੀ ਦਿੰਦੇ ਆ ਉਹ ਰਿਟਰਨ 'ਚ ਹੋ ਗਿਆ ਮਤੇ 'ਚ ਹੋ ਗਿਆ ਤੇ ਸਾਰੀ ਗੱਲ ਹੀ ਸਮਾਪਤ ਹੋ ਗਈ ਇੱਥੇ ਫਿਰ ਕੋਈ ਰੌਲਾ ਰਹਿ ਹੀ ਨਹੀਂ ਗਿਆ। ਜੇ ਤੁਸੀਂ 3 ਜਥੇਬੰਦੀ ਦੀ ਆਗੂਆਂ ਦੀ ਗੱਲ ਕਰ ਰਹੇ ਵੀ 3 ਆਗੂ ਉਸ ਨੂੰ ਦੇਖਣਗੇ ਕਿ ਤੁਹਾਨੂੰ ਵਾਕਈ ਲੱਗਦਾ ਕਿ ਤੁਹਾਨੂੰ ਕੁਝ ਨਹੀਂ ਕਿਹਾ ਜਾਊਗਾ 3 ਆਗੂ ਨੂੰ ਕਹਿਣਗੇ ਲੋਕੀ ਜੇ 3 ਆਗੂ ਨੂੰ ਫੜਨਗੇ ਤਾਂ 32 ਦੀ 32 ਸਾਰਿਆਂ ਨੂੰ ਤੁਹਾਨੂੰ ਕਿਹਾ ਜਾਊਗਾ ਨਾ ਤੁਸੀਂ ਕਿਵੇਂ ਲੋਕਾਂ ਨੂੰ ਸਪਸ਼ਟੀਕਰਨ ਦੇਵੋਗੇ नहीं ਤੁਹਾਨੂੰ ਇਹ 3 ਜਥੇਬੰਦੀਆਂ ਦੇ ਰਿਟਨ 'ਚ ਲਿਖ ਕੇ ਦਿੱਤਾ ਵੀ ਲੱਖੇ ਸਾਡੀ ਅਸੀਂ ਗਰੰਟੀ ਲੈਣੀ ਨਹੀਂ ਇਹ ਮਤਾ ਲਿਖਿਆ ਜਾਂਦਾ ਜਦੋਂ ਸਾਡੀ ਮੀਟਿੰਗ ਹੁੰਦੀ ਆ ਜਿਹੜੀ ਤੁਸੀਂ ਕਾਪੀ ਮੈਨੂੰ ਵਿਖਾਈ ਹੈ ਇਹ ਵੀ ਮਤਾ ਹੀ ਹੈ। ਜੇ ਕੱਲ ਨੂੰ ਜੋ ਵੀ ਮਤੇ ਲਿਖੇ ਨੇ ਲੱਖਾ ਸਾਨੋ ਉਸ ਤੋਂ ਬਾਅਦ ਜਾਂਦਾ ਕਿ 3 ਆਗੂ ਸਸਪੈਂਡ ਕਰੋਗੇ ਤੁਸੀਂ ਉਹਨਾਂ ਚੋਂ ਕਿਉਂਕਿ ਮੇਰਾ ਸਵਾਲ ਹੈ ਸੁਰਜੀਤ ਸਿੰਘ ਫੂਲ ਨੂੰ ਸਸਪੈਂਡ ਕੀਤਾ ਸੀ ਤੁਸੀਂ ਗਲਤੀ ਉਹਨਾਂ ਦੀ ਇੰਨੀ ਸੀ ਕਿ ਉਹ ਲਾਲ ਕਿਲੇ ਦੇ ਪਾਸੇ ਗਏ ਸੀ ਤੁਸੀਂ ਸਸਪੈਂਡ ਕੀਤਾ ਸੀ ਬਾਅਦ 'ਚ ਲੈ ਲਿਆ ਸੀ ਕਿ ਤੁਸੀਂ ਸਸਪੈਂਡ ਕਰੋਗੇ ਫਿਰ ਦੁਬਾਰਾ ਗਲਤੀ ਹੁੰਦੀ ਹੈ ਤਾਂ ਤੁਸੀਂ ਖੁਦ ਕਹਿ ਰਹੇ ਕਿ 5-7 ਜਥੇਬੰਦੀ ਕਹਿ ਰਹੇ ਸੀ ਕਿ 3 ਆਗੂਆਂ ਨੇ ਪ੍ਰੈਸ ਕਾਨਫਰੰਸ ਕਰ ਦਿੱਤੀ ਹੈ ਬਿਨਾਂ ਪੁੱਛੇ ਜਦ ਕਿ ਲੱਖੇ ਨੇ ਤਾਂ ਕੋਈ ਗੱਲ ਵੀ ਨਹੀਂ ਕੀਤੀ ਇਹ ਕਿ ਉਹਨਾਂ ਨੇ ਕਿ ਪ੍ਰੈਸ ਕਾਨਫਰੰਸ ਕਰਤਾ ਕਿ ਲੱਖਾ ਸਾਡੀ ਸਟੇਜ ਤੇ ਬੋਲੂਗਾ ਫਿਰ ਕਈਆਂ ਨੇ ਸਸਪੈਂਡ ਦੀ ਵੀ ਗੱਲ ਕੀਤੀ ਕਿ 3 ਆਗੂਆਂ ਨੂੰ ਸਸਪੈਂਡ ਕਰੋ। ਇਹ ਇੱਕ ਪਰਿਵਾਰ ਦੇ ਮੈਂਬਰ ਹੈ ਇੱਕ ਦੂਜੇ ਦਾ ਅਸੀਂ ਜੋ ਮਰਜ਼ੀ ਕਰੀਏ ਮੈਂ ਕਈ ਵਾਰ ਕਿਹਾ ਅਸੀਂ ਇੱਕ ਦੂਜੇ ਦਾ ਝਾਟਾ ਵੀ ਪੜਦੇ ਹਾਂ ਪਰ ਬਾਹਰ ਆ ਕੇ ਇੱਕੋ ਆ ਤੇ ਇਸ ਕਰਕੇ ਅੰਦਰ ਦੀਆਂ ਗੱਲਾਂ ਤੁਹਾਨੂੰ ਕਿਉਂ ਦੱਸੀਆਂ ਇਹ। ਮਨਜੀਤ ਆਏ ਕੀ ਸੋਚਦੇ ਨੇ ਕਿ ਲੱਖੇ ਸਦਾਣੇ ਨੂੰ ਵਾਕਈ 25-26 ਤੇ ਮਾਫ਼ੀ ਮੰਗਣੀ ਚਾਹੀਦੀ ਹੈ ਬਾਹਰ ਦਾ ਮਤਲਬ ਕਿ ਵਿਦੇਸ਼ਾਂ 'ਚ ਵੀ ਦਬਾਅ ਹੈਗਾ ਉਹ ਤੁਸੀਂ ਕਿਸ ਨੇ ਵੀ ਗੱਲ ਕਹੀ ਹੈ ਕਿ ਲੱਖੇ ਨਾਲ ਲੈ ਕੇ ਚੱਲਣਾ ਪੈਣਾ ਨਹੀਂ ਤੁਹਾਡੀ ਫੰਡਿੰਗ ਬਾਅਦ ਬੰਦ ਹੋ ਜਾਏਗੀ। ਸੁਰਜੀਤ ਸਿੰਘ ਫੂਲ ਮਾफ़ी ਮੰਗ ਸਕਦੇ ਨੇ ਉਹ ਆਗੂ ਨੇ ਜਥੇਬੰਦੀ ਦੇ ਆਗੂ ਨੇ ਪਰ ਲੱਖੇ ਸਦਾਣਾ ਮਾफ़ी ਨਹੀਂ ਮੰਗੇਗਾ ਜਿਵੇਂ ਤੁਸੀਂ ਹੁਣ ਗੱਲ ਕਹਿ ਰਹੇ ਹੋ ਉਹ ਬਿਨਾਂ ਮਾफ़ੀ ਮੰਗੇ ਸਟੇਜ ਤੇ ਜਾ ਰਿਹਾ ਇਹ ਗੱਲ ਸਹੀ ਹੈ ਕਿ ਮਤੇ ਦੇ ਵਿੱਚ ਮਾਲਵਾ ਇੱਕ ਪਾਸੇ ਸੀ ਦੁਆਬਾ ਤੇ ਮਾਝਾ ਇੱਕ ਪਾਸੇ ਸੀ ਕਿ ਦੁਆਬੇ ਦੇ ਮਾਝੇ ਵਾਲਿਆਂ ਨੇ ਇਸ ਚੀਜ਼ ਦੀ ਹਮਾਇਤ ਕੀਤੀ ਹੈ ਕਿ ਲੱਖੇ ਨੂੰ ਬੋਲਣ ਦੇਣਾ ਚਾਹੀਦਾ ਤੇ ਮਾਲਵਾ ਵਾਲਿਆਂ ਨੇ ਇਸ ਚੀਜ਼ ਦਾ ਵਿਰੋਧ ਕੀਤਾ ਕਿ ਲੱਖਾ ਮਾਫ਼ੀ ਮੰਗ ਕੇ ਆਵੇ। ਤੁਸੀਂ ਸ਼੍ਰੋਮਣੀ ਅਕਾਲੀ ਦਲ ਵਿੱਚ ਰਹਿ ਵੀ ਚੁੱਕੇ ਹੋ ਉਸ ਉੱਪਰ ਚਰਚਾਵਾਂ ਬੜੀਆਂ ਚੱਲੀਆਂ ਆ ਫਿਰ ਤੁਸੀਂ ਸਫਾਈ ਵੀ ਦਿੰਦੇ ਨਜ਼ਰ ਆਏ ਹੋ ਕਿ ਮਨਜੀਤ ਰਾਏ ਨੇ ਸ਼੍ਰੋਮਣੀ ਅਕਾਲੀ ਦਲ ਛੱਡ ਦਿੱਤੀ ਹੈ ਫਿਰ ਉਸ ਉੱਪਰ ਚਰਚਾ ਚੱਲ ਜਾਂਦੀ ਕਿ ਨਹੀਂ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹੀ ਹੋ ਇੱਦਾਂ ਦੀ ਗੱਲਾਂ ਸਾਰੀਆਂ ਉਸ ਪਾਸੇ ਦੱਸਦੇ ਹੋ। ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਤੇ ਤੁਹਾਡਾ ਸਭ ਦਾ ਸਵਾਗਤ ਹੈ। ਬੜੀਆਂ ਚਰਚਾਵਾਂ ਬਣੀਆਂ ਹੋਈਆਂ ਸੀ ਲੱਖੇ ਸਦਾਣੇ ਨੂੰ ਲੈ ਕੇ ਕੀ ਬੋਲੇਗਾ ਕਿ ਨਹੀਂ ਬੋਲੇਗਾ ਸਟੇਜ ਦੇ ਉੱਤੋਂ ਤੁਹਾਨੂੰ ਉਸ ਥੋੜਾ ਪਿੱਛੇ ਲੈ ਕੇ ਚੱਲਦੇ ਹਾਂ। 32 ਜਥੇਬੰਦੀਆਂ ਨੇ ਕੁਝ ਫੈਸਲੇ ਕੀਤੇ ਸੀ ਤੁਹਾਨੂੰ ਮੈਂ ਉਹ ਫੈਸਲੇ ਦੀ ਇੱਕ ਝਲਕ ਦਿਖਾ ਦਿੰਦਾ ਜਿਵੇਂ ਤੁਸੀਂ ਮੇਰੇ ਸਕਰੀਨ ਤੇ ਦੇਖ ਹੀ ਰਹੇ ਹੋ ਸਕਰੀਨ ਦੇ ਉੱਤੇ ਇਹ ਫੈਸਲੇ ਕੀਤੇ ਸੀ। ਇਸ ਫੈਸਲੇ ਦੇ ਵਿੱਚ 32 ਜਥੇਬੰਦੀਆਂ ਦੇ ਸਾਈਨ ਵੀ ਹੋਏ ਸੀ ਔਰ ਇਸ ਵਿੱਚ ਇਹ ਕਿਹਾ ਗਿਆ ਸੀ ਪਹਿਲੀ ਲਾਈਨ ਤੁਹਾਨੂੰ ਮੈਂ ਪੜ੍ਹਾ ਦਿੰਦਾ ਕਿ ਲੱਖੇ ਸਦਾਣੇ ਨੇ ਜੇ ਸਟੇਜ ਤੋਂ ਬੋਲਣਾ ਸੰਯੁਕਤ ਕਿਸਾਨ ਮੋਰਚੇ ਦੀ ਤਾਂ ਦੀਪ ਸਿੱਧੂ ਦੇ ਨਾਲ ਸਾਰੇ ਹੀ ਨਾਤੇ ਤੋੜੇਗਾ। ਦੂਸਰੀ ਗੱਲ ਇਹ ਸੀ ਕਿ ਜੋ ਲੱਖਾ ਸਦਾਣਾ ਹੈ ਉਹ ਕਿਸਾਨ ਜਥੇਬੰਦੀਆਂ ਦੇ ਕਹਿਣ ਤੇ ਚੱਲੂਗਾ ਉਸ ਤੋਂ ਬਾਹਰ ਨਹੀਂ ਹੋਊਗਾ। ਔਰ ਤੀਸਰਾ ਫੈਸਲਾ ਜਿਹੜਾ ਹੈਗਾ ਸੀ ਕਿ ਜੋ ਵੀ ਉਸ ਜ਼ਿੰਮੇਵਾਰੀ ਲੈਣਗੇ ਉਹ 3 ਵਿਅਕਤੀ ਯਾਨੀ ਕਿ ਬਲਦੇਵ ਸਿਰਸਾ ਡੱਲੇਵਾਲ ਤੇ ਡਾਕਟਰ ਦਰਸ਼ਨਪਾਲ ਲੈਣਗੇ। ਉਹ ਲੱਖੇ ਸਦਾਣੇ ਨੇ ਇਹ ਸਾਰੇ ਮਤੇ ਪੜ੍ਹ ਕੇ ਸੁਣਾਣੇ ਸੀ। ਔਰ ਸਭ ਤੋਂ ਅਹਿਮ ਗੱਲ ਇਸ ਵਿੱਚ ਇਹ ਵੀ ਲਿਖਿਆ ਕਿ ਲੱਖਾ ਸਦਾਣਾ 25-26 ਦੀ ਮਾफ़ੀ ਮੰਗੂਗਾ ਔਰ ਬਕਾਇਦਾ ਸਾਰਾ ਕੁਝ ਹੀ ਇਹ ਸਟੇਜ ਤੋਂ ਪੜ੍ਹ ਕੇ ਸੁਣਾਇਆ ਜਾਣਾ ਸੀ ਲੱਖੇ ਵੱਲੋਂ ਜਾਂ ਪੰਜਾਬ ਕਿਸਾਨ ਸੰਯੁਕਤ ਮੋਰਚਾ ਦੀ ਕਮੇਟੀ ਦੇ ਸੈਕਟਰੀ ਵੱਲੋਂ। ਇਹ 32 ਜਥੇਬੰਦੀਆਂ ਨੇ ਗੱਲ ਇੱਕ ਜਗ੍ਹਾ ਤੇ ਕਹੀ ਸੀ ਜਿਸ ਦੇ ਉੱਪਰ ਸਾਰਿਆਂ ਦੀ ਸਹਿਮਤੀ ਸੀ 32 ਤੇ 32 ਜਥੇਬੰਦੀਆਂ ਦੀ। ਸਾਡੇ ਨਾਲ BKU ਦੇ ਆਗੂ ਆਪਾਂ ਕਹਿ ਲਈ ਕਿਸਾਨ ਮੋਰਚੇ ਦੇ ਸੰਘਰਸ਼ ਦੇ 32 ਜਥੇਬੰਦੀਆਂ 'ਚੋਂ ਸਾਡੇ ਨਾਲ ਇੱਕ ਆਗੂ ਮੌਜੂਦ ਨੇ ਮਨਜੀਤ ਰਾਏ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ
ਇਹ ਹੋਰ ਕਿਹੜੀ ਚੀਜ਼ਾਂ ਦੇ ਉੱਤੇ 32 ਜਥੇਬੰਦੀਆਂ ਨੇ ਫੈਸਲੇ ਲਏ ਸੀ ਔਰ ਲੱਖੇ ਨੂੰ ਸਟੇਜ ਤੋਂ ਬੁਲਾਉਣ ਤੋਂ ਪਹਿਲਾਂ ਹੋਰ ਕਿਹੜੀ ਗੱਲਾਂ ਦੇ ਉੱਤੇ ਚਰਚੇ ਹੋਏ ਸੀ। ਉਹ ਸਭ ਤੋਂ ਅਹਿਮ ਗੱਲ ਹੈ ਕਿ ਇਸ ਚਿੱਠੀ ਉੱਪਰ ਲੱਖੇ ਸਿਧਾਣੇ ਦੇ ਸਾਈਨ ਹੋਣੇ ਸੀ ਔਰ ਲੱਖੇ ਸਿਧਾਣੇ ਨੇ ਚਿੱਠੀ ਪੜ੍ਹ ਕੇ ਸੁਣਾਣੀ ਸੀ ਸੰਯੁਕਤ ਕਿਸਾਨ ਮੋਰਚਾ ਦੀ ਸਟੇਜ ਦੇ ਉੱਤੋਂ। ਉਸ ਤੋਂ ਬਾਅਦ ਲੱਖੇ ਨੂੰ ਆਪਣੇ ਨਾਲ ਲਿਆ ਜਾਣਾ ਸੀ। ਇਹ 32 ਜਥੇਬੰਦੇ ਦਾ ਫੈਸਲਾ ਸੀ। ਉਸ ਤੋਂ ਬਾਅਦ 3 ਮੈਂਬਰ ਕਮੇਟੀ ਵੀ ਬਣਦੀ ਹੈ। ਮਨਜੀਤ ਆਏ ਨੇ, ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ। ਮਨਜੀਤ ਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਵਾਹਿਗੁਰੂ ਖਾਲਸਾ ਜੀ, ਵਾਹਿਗੁਰੂ ਫਤਿਹ ਜੀ। ਜੇ ਮੈਂ ਸਾਰੀਆਂ ਗੱਲਾਂ ਬੋਲੀਆਂ ਬਿਲਕੁਲ ਸਹੀ ਬੋਲੀਆਂ ਨੇ ਜੀ। ਹੁਣ ਮੇਰਾ ਸਵਾਲ ਹੈ ਕਿ ਲੱਖੇ ਨੂੰ ਲੈਣ ਤੋਂ ਪਹਿਲਾਂ ਤੁਹਾਡੀ 32 ਜਥੇਬੰਦੀ ਜੋ ਮੀਟਿੰਗ ਹੁੰਦੀ ਹੈ, ਮੈਂ ਫਿਰ ਦੁਬਾਰਾ ਕਰਨਾ ਕਿ ਦਰਸ਼ਕਾਂ ਨੂੰ ਚੀਜ਼ਾਂ ਦੱਸ ਦਿਓ ਜੋ ਮੈਂ ਚੀਜ਼ਾਂ ਕਲੀਅਰ ਕੀਤੀਆਂ ਨੇ, ਥੋੜਾ ਹੋਰ ਵੀ ਤੁਸੀਂ ਕਲੀਅਰ ਕਰ ਦਿਓ ਵੀ ਕਿਹੜੀ ਗੱਲਾਂ ਤੇ ਸਹਿਮਤੀ ਤੁਹਾਡੀ 32 ਜਥੇਬੰਦੀਆਂ ਦੀ ਬਣੀ ਸੀ ਕਿ ਜੇ ਲੱਖਾ ਇਸ ਫੈਸਲੇ ਉੱਤੇ ਮੰਨੂਗਾ ਤਾਂ ਕਿਸਾਨ ਸੰਘਰਸ਼ ਕਮੇਟੀ ਦੀ ਸਟੇਜ ਤੋਂ ਆ ਕੇ ਬੋਲੇਗਾ। ਦੇਖੋ, ਇਹ ਆਲਰੇਡੀ ਹਮੇਸ਼ਾ ਇਸ ਤਰ੍ਹਾਂ ਹੁੰਦਾ ਹੈ ਕਿ ਜਿਹੜੇ ਵੀ ਸਾਡੇ 32 ਚਾਹੇ ਮੈਂ ਕਿਉਂ ਨਾ ਹੋਵਾਂ, ਜਿਹਦੇ ਤੇ ਕਿਸੇ ਨੂੰ ਕੋਈ ਆਬਜੈਕਸ਼ਨ ਹੋਵੇ ਤਾਂ ਕੋਈ ਇਹ ਕਹਿ ਦਿਓ ਕਿ ਮੇਰੇ ਕੋਲੋਂ ਕੋਈ ਗੱਲ ਕਹੀ ਜਾਵੇ ਜੋ ਅੰਦੋਲਨ ਨੂੰ ਲੱਗਦਾ ਹੋਵੇ ਕਿ ਤਾਂ ਕਿਤੇ ਨਾ ਕਿਤੇ ਢਾਲ ਆਉਂਦੀ ਹੈ ਜਾਂ ਕੋਈ ਕਮੀ ਪੇਸ਼ੀ ਆਉਂਦੀ ਹੈ, ਉਹਦੇ ਸੰਬੰਧ ਦੇ ਵਿੱਚ ਫਿਰ ਉਹਨੂੰ ਵਿੱਚ ਖੜਿਆਂ ਕਰਕੇ ਸਾਡੇ 32 ਦਾ ਰੂਲ ਹੈ ਉਹ ਤੋਂ ਸਪਸ਼ਟੀਕਰਨ ਮੰਗਿਆ ਜਾਂਦਾ। ਸੋ ਉਹਦੇ ਤਹਿਤ ਹੀ ਸਾਤੋਂ ਵੀ ਸਪਸ਼ਟੀਕਰਨ ਮੰਗੇ ਗਏ ਸੀ। ਜਦੋਂ ਅਸੀਂ 26 ਨੂੰ ਗਏ ਸੀਗੇ ਉਹਦੇ ਤਹਿਤ ਹੀ ਇਹ ਗੱਲ ਹੋਈ ਸੀ ਵੀ ਉਹਨਾਂ ਕੋਲੋਂ ਵੀ ਸਪਸ਼ਟੀਕਰਨ ਲੈ ਲਿਆ ਜਾਵੇ ਵੀ ਜਿਹੜੇ ਉੱਧਰ ਨੂੰ ਸਾਡੇ ਨੌਜਵਾਨ ਵੀਰ ਵੀ ਗਏ ਨੇ ਉਹ ਜੇ ਗਏ ਨੇ ਤਾਂ ਉਹ ਕਿਸ ਵਜ੍ਹਾ ਨਾਲ ਗਏ ਨੇ। ਸੋ ਉਹਦੇ ਤਹਿਤ ਹੀ ਇਹ ਸਾਰਾ ਕੁਝ ਲਿਖਿਆ ਸੀ। ਨਹੀਂ, ਜੋ ਤੁਸੀਂ ਇਹ ਲਿਖਿਆ ਸੀ ਹੁਣ ਇਸੇ ਅਮਲ ਹੋਊਗਾ ਕਿ ਲੱਖਾ ਬੋਲੂਗਾ, ਦੁਬਾਰਾ ਮਾਫੀ ਮੰਗੂਗਾ ਕਿ ਲੱਖਾ ਇਹ ਕਹੂਗਾ ਸਟੇਜ ਤੇ ਚੜ੍ਹ ਕੇ ਕਿ ਦੀਪ ਸਿੱਧੂ ਨਾਲ ਮੇਰਾ ਕੋਈ ਨਾਤਾ ਨਹੀਂ, ਨਾ ਜਦ ਤੱਕ ਕਿਸਾਨ ਸੰਘਰਸ਼ ਚੱਲੂਗਾ ਉਹਦੇ ਨਾਲ ਮੈਂ ਕੋਈ ਵੀ ਤਾਲੁਕਾਤ ਨਹੀਂ ਰੱਖੂੰਗਾ, ਕਿ ਲੱਖਾ 32 ਸੰਘਰਸ਼ ਕਮੇਟੀ ਦੇ ਤੁਸੀਂ ਆਗੂ ਉਸੇ ਕਹਿਣ ਤੇ ਚੱਲੂਗਾ। ਹੁਣ ਇਹ ਲੱਖਾ ਪੜ੍ਹ ਕੇ ਸੁਣਾਊਗਾ ਸਟੇਜ ਤੇ ਤਾਂ ਲਿਆ ਜਾਊਗਾ ਨਾਲ? ਨਹੀਂ, ਇਹ ਵੇਖੋ, ਇੱਕ 3 ਮੈਂਬਰੀ ਸਾਡੀ ਕਮੇਟੀ ਬਣੀ ਸੀ ਜਿਹਦੇ ਵਿੱਚ ਦਰਸ਼ਨਪਾਲ ਜੀ ਨੇ, ਜਿਹਦੇ ਵਿੱਚ ਡੱਲੇਵਾਲ ਸਾਹਿਬ ਨੇ, ਬਲਦੇਵ ਸਿੰਘ ਸਿਰਸਾ ਨੇ, ਔਰ ਉਹਨਾਂ ਨੇ ਆ ਕੇ ਕਿਹਾ ਵੀ ਸਾਡੀ ਪੂਰੀ ਦੀ ਪੂਰੀ ਗੱਲ ਹੋ ਗਈ ਕਿਉਂਕਿ ਇਹਦੇ ਵਿੱਚ ਇਹ ਵੀ ਲਿਖਿਆ ਹੋਇਆ ਕਿ ਉਹ ਗਰੰਟੀ ਉਹਦੀ ਚੱਕਣਗੇ। ਤੇ ਜਦੋਂ ਉਹਨਾਂ ਨੇ ਕਿਹਾ ਵੀ ਸਾਡੀ ਗਰੰਟੀ ਆ, ਅਸੀਂ ਸ਼ੋਰਟੀ ਲੈਂਦੇ ਆ, ਤੇ ਅਸੀਂ ਤਾਂ ਸਾਡੀ ਤਾਂ ਗੱਲ ਉਸ ਵੇਲੇ ਖਤਮ ਹੋ ਗਈ ਸਾਰੀ। ਤੇ ਜਦੋਂ ਉਹਨਾਂ ਨੇ ਸ਼ੋਰਟੀ ਲੈ ਲਈ, ਹੁਣ ਉਹਦੇ ਬਾਅਦ ਉਹਨਾਂ ਦੀ ਕੀ ਅੱਗੇ ਗੱਲ ਹੋਈ ਹੈ ਨਹੀਂ ਹੋਈ, ਜ਼ਿਆਦਾ ਬਾਅਦ 'ਚ ਸਾਡਾ ਪੈਣਾ ਕੰਮ ਨਹੀਂ ਸੀ। ਅਸੀਂ ਚਾਹੁੰਦੇ ਵੀ ਏਕਤਾ ਹੋ ਜਾਵੇ ਔਰ ਏਕਤਾ ਕਰਨ ਵਾਸਤੇ ਅਸੀਂ ਹਰ ਹੀਲਾ ਕਰਨ ਨੂੰ ਤਿਆਰ ਹਾਂ ਔਰ ਉਹ ਏਕਤਾ ਵਾਸਤੇ ਹੀ ਆਪਾਂ ਇਹ ਗੱਲ ਮੰਨ ਲਈ ਵੀ ਜਦੋਂ 3 ਮੈਂਬਰ ਜਿਹੜੇ ਸਾਡੇ 32 ਚੋਂ ਨੇ ਔਰ ਮੇਨ ਆਗੂ ਨੇ, ਖਾਸ ਕਰ ਦਰਸ਼ਨਪਾਲ ਜੀ ਦੇ ਡੱਲੇਵਾਲ ਸਾਹਿਬ, ਉਹਨਾਂ ਨੇ ਜਦੋਂ ਇਸ ਗੱਲ ਦੀ ਸ਼ੋਰਟੀ ਗਰੰਟੀ ਚੱਕ ਲਈ ਤੇ ਫਿਰ ਆਪਾਂ ਨੂੰ ਜ਼ਿਆਦਾ ਕਿੰਤੂ ਪਰੰਤੂ ਨਹੀਂ ਕਰਨੀ ਚਾਹੀਦੀ। ਉਹਨਾਂ ਨੇ ਕੁਝ ਨਾ ਕੋਈ ਵਿਚਾਰ ਕੇ ਮੋਰਚੇ ਪ੍ਰਤੀ ਫਿਰ ਹੀ ਫੈਸਲਾ ਲਿਆ ਹੋਵੇਗਾ। ਕਿਹਾ ਵੀ ਜਾਂਦਾ ਕਿ ਲੱਖੇ ਨੂੰ ਹਲੇ ਜੋ ਤੁਸੀਂ 3 ਬੰਦੇ ਦੇ ਨਾਮ ਲਏ ਨੇ, ਆਗੂਆਂ ਦੇ ਨਾਮ ਲਏ ਨੇ, ਕਿ ਲੱਖੇ ਨੂੰ ਮਿਲੇ ਵੀ ਨਹੀਂ ਸੀ। ਇਹਨਾਂ ਨੇ ਪ੍ਰੈਸ ਕਾਨਫਰੰਸ 'ਚ ਅਨਾਉਂਸਮੈਂਟ ਕਰਤੀ ਕਿ ਲੱਖਾ ਸਾਡੀ ਸਟੇਜ ਤੋਂ ਬੋਲੂਗਾ। ਤੁਹਾਨੂੰ ਇਤਰਾਜ਼ ਵੀ ਹੈਗਾ ਸੀ ਉਹਨਾਂ ਤੇ, ਤੁਹਾਡੀ ਸਾਰੀ 32 ਜਥੇਬੰਦੀ ਨੇ ਵੀ ਕਿਉਂ ਗੱਲ ਬੋਲੀਗੀ? ਨਹੀਂ, ਇਹਦੇ ਬਾਰੇ ਤਾਂ ਉਹ ਦੱਸਣਗੇ। ਉਹਨਾਂ ਨੇ ਜਦੋਂ ਕਹਿਤਾ ਸਾਡੀ ਗੱਲ ਹੋ ਗਈ, ਸਾਡਾ ਰੋਲ ਤਾਂ ਉੱਥੇ ਹੀ ਖਤਮ ਹੋ ਗਿਆ। ਇਹ ਤਾਂ ਉਹ ਦੱਸਣਗੇ ਵੀ ਮਿਲੇ ਨਹੀਂ ਮਿਲੇ ਜਾਂ ਉਹਨਾਂ ਦੀ ਗੱਲ ਕਿਹਦੇ ਨਾਲ ਹੋਈ ਨਹੀਂ ਹੋਈ, ਇਹ ਤਾਂ ਉਹ ਦੱਸਣਗੇ ਨਾ। ਉਹ ਤਾਂ ਉਹਨਾਂ ਨੇ ਮੀਟਿੰਗ ਦੇ ਵਿੱਚ ਜਦੋਂ ਉਹਨਾਂ ਨੂੰ ਆਪਾਂ ਬੁਲਾਇਆ ਵੀ ਤੁਸੀਂ ਗੱਲ ਕਰ ਲਈ, ਉਹ ਕਹਿੰਦੇ ਅਸੀਂ ਗੱਲ ਕਰ ਲਈ ਹੈ ਔਰ ਅਸੀਂ ਉਹਨਾਂ ਨੂੰ ਇੱਕੋ ਹੀ ਸਵਾਲ ਪੁੱਛਿਆ ਕਿ ਤੁਸੀਂ ਹੁਣ ਗਰੰਟੀ ਦਿੰਦੇ ਹੋ? ਉਹ ਕਹਿੰਦੇ ਅਸੀਂ ਗਰੰਟੀ ਦਿੰਦੇ ਹਾਂ। ਉਹ ਰਿਟਰਨ 'ਚ ਹੋ ਗਿਆ, ਮਤੇ 'ਚ ਹੋ ਗਿਆ ਤੇ ਸਾਰੀ ਗੱਲ ਹੀ ਸਮਾਪਤ ਹੋ ਗਈ। ਇੱਥੇ ਫਿਰ ਕੋਈ ਰੌਲਾ ਰਹਿ ਹੀ ਨਹੀਂ ਗਿਆ। ਨਹੀਂ, ਤੁਹਾਨੂੰ ਇਹ 3 ਜਥੇਬੰਦੀਆਂ ਦੇ ਰਿਟਰਨ 'ਚ ਲਿਖ ਕੇ ਦਿੱਤਾ ਵੀ ਲੱਖੇ ਸਾਨੂੰ ਅਸੀਂ ਗਰੰਟੀ ਲੈਣੀ? ਨਹੀਂ, ਇਹ ਮਤਾ ਲਿਖਿਆ ਜਾਂਦਾ ਜਦੋਂ ਸਾਡੀ ਮੀਟਿੰਗ ਹੁੰਦੀ ਆ। ਆ ਜਿਹੜੀ ਤੁਸੀਂ ਕਾਪੀ ਮੈਨੂੰ ਵਿਖਾਈ ਹੈ ਇਹ ਵੀ ਮਤਾ ਹੀ ਹੈ, ਇਹ ਕਿਸੇ ਨੇ ਉੱਦਾਂ ਨਹੀਂ ਲਿਖਿਆ ਹੋਇਆ। ਸਾਡਾ 32 ਦਾ ਇੱਕ ਮਤਾ ਲਿਖਿਆ ਹੋਇਆ ਵੀ ਅੱਜ ਆ ਜਿਹੜੇ ਫੈਸਲੇ ਹੋਏ ਨੇ ਔਰ ਉਹ ਫੈਸਲੇ ਵਾਲੇ ਮਤੇ ਦੇ ਵਿੱਚ ਇਹ ਲਿਖ ਲਿਆ ਗਿਆ ਕਿ ਜੇਕਰ ਕੱਲ ਨੂੰ ਕੋਈ ਲੱਖਾ ਸਿਧਾਣਾ 32 ਜਥੇਬੰਦੀਆਂ ਤੋਂ ਬਾਹਰ ਜਾ ਕੇ ਜਾਂ ਅੰਦੋਲਨ ਨੂੰ ਕੋਈ ਢਾਹ ਲੱਗਣ ਵਾਲੀ ਕਿਤੇ ਗੱਲ ਉਹਦੇ ਕੋਲੋਂ ਹੋ ਜਾਂਦੀ ਹੈ ਤੇ ਉਹਦੀ ਜ਼ਿੰਮੇਵਾਰੀ ਜਿਹੜੀ ਆ ਉਹ ਟੋਟਲ ਜਿਹੜੀ ਆ ਉਹ 3 ਜਥੇਬੰਦੀਆਂ ਨੇ ਉਹਨਾਂ ਨੇ ਕਹਿਤਾ, ਆਗੂਆਂ ਨੇ, ਕਿ ਸਾਡੀ ਹੋਏਗੀ। ਔਰ ਬਕਾਇਦਾ ਇਹ ਗੱਲ ਉਹਨਾਂ ਨੇ ਮੰਨੀ ਆ ਕਿ ਜੇਕਰ ਉਹ ਕੋਈ ਗੱਲ ਇਸ ਤਰ੍ਹਾਂ ਦੀ ਕਰੇਗਾ ਤਾਂ ਸਾਨੂੰ ਦੋਸ਼ੀ ਮੰਨਦੇ ਹੋਏ ਅਸੀਂ ਵੀ ਸਾਨੂੰ ਵੀ ਤੁਸੀਂ ਕਟਹਿਰੇ 'ਚ ਖੜਾ ਕਰ ਸਕਦੇ ਹੋ, ਉਹਦਾ ਸਪਸ਼ਟੀਕਰਨ ਅਸੀਂ ਦੇਵਾਂਗੇ। ਸਸਪੈਂਡ ਕੀਤਾ ਜਾ ਸਕਦਾ ਹੈ ਜੇ ਕੱਲ ਨੂੰ ਜੋ ਵੀ ਮਤੇ ਲਿਖੇ ਨੇ ਲੱਖਾ ਸਾਣੋ ਉਸ ਤੋਂ ਬਾਅਦ ਜਾਂਦਾ ਹੈ ਕਿ 3 ਆਗੂ ਸਸਪੈਂਡ ਕਰੋਗੇ ਤੁਸੀਂ ਉਹਨਾਂ ਚੋਂ? ਕਿਉਂਕਿ ਮੇਰਾ ਸਵਾਲ ਹੈ, ਸੁਰਜੀਤ ਸਿੰਘ ਫੂਲ ਨੂੰ ਸਸਪੈਂਡ ਕੀਤਾ ਸੀ ਤੁਸੀਂ, ਗਲਤੀ ਉਹਨਾਂ ਦੀ ਇੰਨੀ ਸੀ ਕਿ ਉਹ ਲਾਲ ਕਿਲੇ ਦੇ ਪਾਸੇ ਗਏ ਸੀ, ਤੁਸੀਂ ਸਸਪੈਂਡ ਕੀਤਾ ਸੀ, ਬਾਅਦ ਚ ਲੈ ਲਿਆ ਸੀ ਕਿ ਤੁਸੀਂ ਸਸਪੈਂਡ ਕਰੋਗੇ ਫਿਰ ਦੁਬਾਰਾ ਗਲਤੀ ਹੁੰਦੀ ਹੈ ਤਾਂ? ਨਹੀਂ, ਇਹ ਜਦੋਂ ਉਹਨਾਂ ਨੂੰ ਵੀ ਫੂਲ ਸਾਹਿਬ ਨੂੰ ਸਸਪੈਂਡ ਐ ਨਹੀਂ ਸੀ ਕੀਤਾ ਗਿਆ। 32 ਜਥੇਬੰਦੀਆਂ 'ਚ ਉਹਨਾਂ ਨੂੰ ਬੁਲਾਇਆ ਗਿਆ ਸੀ, ਉਹਨੇ ਆਪਣਾ ਸਪਸ਼ਟੀਕਰਨ ਦਿੱਤਾ। ਜਦੋਂ ਨਹੀਂ ਕੋਈ ਸਪਸ਼ਟੀਕਰਨ ਦੇ ਪਾਏ ਤੇ ਉਹਨਾਂ ਨੂੰ ਸਸਪੈਂਡ ਕੀਤਾ ਗਿਆ। ਜੇ ਇਹ ਨਾ ਕੁਝ ਸਪਸ਼ਟੀਕਰਨ ਦੇ ਪਾਉਣਗੇ ਫਿਰ ਇਹਨਾਂ ਤੇ ਵੀ ਕਾਰਵਾਈ ਹੋਏਗੀ, ਪਰ ਪਹਿਲਾਂ ਇਹ ਪੱਖ ਰੱਖਣਾ ਹੁੰਦਾ। ਉਹਨਾਂ ਨੇ ਆਪਣਾ ਆ ਕੇ ਵੀ ਸਾਡੀ ਆਹ ਗੱਲ ਹੋਈ ਹੈ, ਇਸ ਤਰੀਕੇ ਨਾਲ ਗੱਲ ਹੋਈ ਆ, ਉਹਦਾ ਸਪਸ਼ਟੀਕਰਨ ਅਗਲੇ ਤੋਂ ਪੁੱਛਿਆ ਜਾਂਦਾ। ਉਹ ਵੀ ਤਾਂ ਬਾਅਦ ਦੀ ਗੱਲ ਹੈ ਨਾ। ਜੇਕਰ ਕੋਈ ਗੱਲ ਹੁੰਦੀ ਹੈ ਤਾਂ ਆਪਾਂ ਜਿਹੜੀ ਹਜੇ ਭਵਿੱਖ 'ਚ ਗੱਲ ਆਉਣ ਵਾਲੀ ਹੈ ਉਹਦੇ ਬਾਰੇ ਕਿਵੇਂ ਆਪਾਂ ਨੈਗੇਟਿਵ ਸੋਚ ਸਕਦੇ ਹਾਂ? ਉਹ ਤਾਂ ਕੋਈ ਗੱਲ ਆਏਗੀ ਤਾਂ ਫਿਰ ਸੋਚਾਂਗੇ, ਹਜੇ ਆਪਾਂ ਪੋਜ਼ਿਟਿਵ ਚੱਲੀਏ। ਤੁਸੀਂ ਵੀ ਮੀਟਿੰਗ ਦੇ ਪ੍ਰਧਾਨ ਸੀ, ਤੁਸੀਂ ਖੁਦ ਕਹਦੇ ਸੀ ਕਿ ਮੈਂ ਮੀਟਿੰਗ ਦਾ ਪ੍ਰਧਾਨ ਹੈਗਾ ਸੀ, ਉਸ 'ਚ ਗੱਲਬਾਤ ਰੱਖੀ ਗਈ ਹੈ। ਕੋਈ ਜਥੇਬੰਦੀਆਂ ਕਹਿ ਰਹੇ ਸੀ ਕਿ ਆਗੂ ਨੂੰ ਸਸਪੈਂਡ ਕਰੋ,
ਤੁਸੀਂ ਖੁਦ ਕਹਿ ਰਹੇ ਕਿ 5-7 ਜਥੇਬੰਦੀ ਕਹਿ ਰਹੇ ਸੀ ਕਿ 3 ਆਗੂਆਂ ਨੇ ਪ੍ਰੈਸ ਕਾਨਫਰੰਸ ਕਰ ਦਿੱਤੀ ਹੈ ਬਿਨਾਂ ਪੁੱਛੇ, ਜਦ ਕਿ ਲੱਖੇ ਨੇ ਤਾਂ ਕੋਈ ਗੱਲ ਵੀ ਨਹੀਂ ਕੀਤੀ। ਇਹ ਕਿ ਇਹਨਾਂ ਨੇ ਕਿ ਪ੍ਰੈਸ ਕਾਨਫਰੰਸ ਕਰਤਾ ਕਿ ਲੱਖਾ ਸਾਡੀ ਸਟੇਜ ਤੇ ਬੋਲੂਗਾ, ਫਿਰ ਕਈਆਂ ਨੇ ਸਸਪੈਂਡ ਦੀ ਵੀ ਗੱਲ ਕੀਤੀ ਕਿ 3 ਆਗੂਆਂ ਸਸਪੈਂਡ ਕਦੋਂ। ਨਹੀਂ ਮੈਂ ਕਿੱਥੇ ਕਿਹਾ, ਇਹ ਤਾਂ ਸਾਡੀ ਆਫਲਾਈਨ ਜਿਹੜੀਆਂ ਮੈਂ ਗੱਲ ਕਹਾਂ ਅੰਦਰਲੀ ਗੱਲ ਇੰਟਰਨਲ ਗੱਲ ਤੁਹਾਨੂੰ ਬਾਹਰ ਕਿਉਂ ਦੱਸੀਏ ਵੀ ਸਾਡੀਆਂ ਕੀ ਗੱਲਾਂ ਹੋਈਆਂ। ਆਪਣਾ ਝੱਗਾ ਚੱਕਿਆ ਆਪਣਾ ਢਿੱਡ ਨੰਗਾ ਹੁੰਦਾ, ਅੰਦਰ ਅਸੀਂ ਇੱਕ ਪਰਿਵਾਰ ਦੇ ਮੈਂਬਰ ਹਾਂ, ਇੱਕ ਦੂਜੇ ਦਾ ਅਸੀਂ ਜੋ ਮਰਜ਼ੀ ਕਰੀਏ। ਮੈਂ ਕਈ ਵਾਰ ਕਿਹਾ ਅਸੀਂ ਇੱਕ ਦੂਜੇ ਦਾ ਝਾਟਾ ਵੀ ਪੜਦੇ ਹਾਂ ਪਰ ਬਾਹਰ ਆ ਕੇ ਇੱਕੋ ਆ, ਤੇ ਇਸ ਕਰਕੇ ਅੰਦਰਲੀਆਂ ਗੱਲਾਂ ਤੁਹਾਨੂੰ ਕਿਉਂ ਦੱਸੀਏ, ਉਹ ਸਾਡੀਆਂ ਇੰਟਰਨਲ ਗੱਲਾਂ ਨਹੀਂ। ਇਹ ਚੀਜ਼ਾਂ ਬਾਅਦ ਨੇ, ਬਾਅਦ ਵੀ ਆਦੀ ਨਹੀਂ ਹੌਲੀ ਕਰਕੇ। ਨਹੀਂ ਬਿਲਕੁਲ ਨਹੀਂ, ਅਸੀਂ ਬਾਹਰ ਕਿਵੇਂ ਜਾਏਗੀ, ਮੇਰੀ ਪ੍ਰਧਾਨਗੀ 'ਚ ਹੋਈ ਹੈ ਗੱਲ, ਉਹ ਬਾਹਰ ਕਿਵੇਂ ਚਲੀ ਜਾਏਗੀ। ਇਸ ਕਰਕੇ ਕੋਈ ਇਦਾਂ ਦੀ ਗੱਲ ਨਹੀਂ, ਸਾਡੀ ਉੱਥੇ ਆਮ ਸਹਿਮਤੀ ਬਣੀ ਆ ਕਿ ਲੱਖਾ ਸਿਧਾਣਾ ਆਏਗਾ, ਔਰ ਜੋ 3 ਕਮੇਟੀ ਮੈਂਬਰਾਂ ਨੇ ਫੈਸਲਾ ਕੀਤਾ ਉਹਦੇ ਨਾਲ ਅਸੀਂ ਬੱਤੀਆਂ ਨੇ ਬਿਲਕੁਲ ਸਹਿਮਤੀ ਦਿੱਤੀ ਹੈ ਕਿ ਬਿਲਕੁਲ ਜੋ ਫੈਸਲਾ ਇਹ ਲਾਗੂ ਕੀਤਾ ਜਾਏਗਾ। ਹੁਣ ਜੋ ਇਹਨਾਂ ਨੇ ਕਰ ਲਿਆ ਉਹ ਠੀਕ ਹੈ ਬਿਲਕੁਲ। ਅੱਛਾ, ਜੇ ਕੱਲ ਨੂੰ ਸਪੋਜ਼ ਕਰੋ ਤੁਸੀਂ ਉਹਨਾਂ ਸਾਰੇ ਜੋ ਮਤੇ ਪਾਏ ਨੇ ਜਾਂ ਚੀਜ਼ਾਂ ਤੁਸੀਂ ਇਹ ਕੀਤੀਆਂ ਹੈਗੀਆਂ ਨੇ, ਕਿਤੇ ਵੰਡੇ ਵੀ ਹੈਗੇ ਨੇ ਆਪਸ ਦੇ ਵਿੱਚ, ਕਿਉਂਕਿ ਚਰਚਾ ਵੀ ਚੱਲਦੀ ਪਈ ਕਿ ਕੋਈ ਜਥੇਬੰਦੀਆਂ ਇਸ ਮਤੇ ਤੋਂ ਨਾਰਾਜ਼ ਨੇ ਵੀ ਨਹੀਂ ਪਾਉਣਾ ਚਾਹੀਦਾ, ਕਈਆਂ ਸਲਾਹ ਵੀ ਦਿੱਤੀ ਸੀ ਕਿ ਨਹੀਂ ਲੱਖੇ ਲੈ ਕੇ ਆਉਣਾ, ਸਿੱਧਾ ਲੈ ਕੇ ਆਓ, ਕਈ ਕਹਿੰਦੇ ਵੀ ਨਹੀਂ ਮਾਫੀ ਮੰਗਾ ਕੇ ਲੈ ਕੇ ਆਓ। ਇਹ ਵੀ ਕਿਤੇ ਨਾ ਕਿਤੇ ਚਰਚਾ ਚੱਲਦੀ ਰਹੀ ਹੈ। ਨਹੀਂ ਵੇਖੋ, ਮੈਂ ਤਾਂ ਕਿਹਾ ਨਹੀਂ ਕਿ ਪਰਿਵਾਰ ਦੇ ਵਿੱਚ ਪਰਿਵਾਰ ਦਾ ਕੋਈ ਸਦੱਸਿਆ ਹੈ, ਉਹਦੇ ਕੋਲੋਂ ਲੱਗਦਾ ਹੈ ਕਿ ਇਹ ਪਰਿਵਾਰ ਦੇ ਨਾਲ ਮਿਲ ਕੇ ਨਹੀਂ ਚੱਲਦਾ ਜਾਂ ਇਹ ਆਪਣੀ ਭਾਵਨਾ ਇਹਦੇ ਵਿੱਚ ਲਾਗੂ ਕਰਨਾ ਚਾਹੁੰਦਾ ਹੈ, ਤੇ ਪਰਿਵਾਰ ਦੇ ਵਿੱਚ ਮੈਂਬਰ ਹੁੰਦੇ ਹੀ ਆ, ਕੋਈ 2 ਉਹਦੇ ਨਾਲ ਹੁੰਦੇ ਨੇ 2 ਉਹਦੇ ਨਾਲ ਹੁੰਦੇ ਨੇ, ਪਰ ਹੈ ਤੇ ਪਰਿਵਾਰ ਨਾ, ਅਸੀਂ ਇੱਕ ਪਰਿਵਾਰ ਹਾਂ, ਤੇ ਪਰਿਵਾਰ ਦੀਆਂ ਗੱਲਾਂ ਮੈਂ ਪਹਿਲਾਂ ਹੀ ਕਿਹਾ ਅਸੀਂ ਬਾਹਰ ਕਿਉਂ ਕਰੀਏ। ਅੱਛਾ, ਮਨਜੀਤ ਰਾਏ ਖੁਦ ਸੋਚਦੇ ਨੇ ਜੇ 25-26 ਨੂੰ ਘਟਨਾਵਾਂ ਹੋਈਆਂ ਨੇ, ਜਾਂ ਸੁਰਜੀਤ ਸਿੰਘ ਫੂਲ ਦੀ ਗੱਲ ਕੀਤੀ ਤੁਸੀਂ, ਜੇ ਸੁਰਜੀਤ ਸਿੰਘ ਫੂਲ ਮਾਫੀ ਮੰਗ ਸਕਦੇ ਨੇ, ਗਲਤੀ ਕੀਤੀ ਹੈ, ਮਨਜੀਤ ਰਾਏ ਕੀ ਸੋਚਦੇ ਨੇ ਕਿ ਲੱਖੇ ਸਿਧਾਣੇ ਨੂੰ ਵਾਕਈ 25-26 ਤੇ ਮਾਫੀ ਮੰਗਣੀ ਚਾਹੀਦੀ ਹੈ। ਵੇਖੋ, ਮੈਂ ਇੱਕ ਗੱਲ ਕਹਾਂ, ਇਹ ਗੱਲ ਸਪਸ਼ਟ ਹੈ ਵੀ ਜਦੋਂ ਆਪਾਂ ਸਾਰੇ ਤਾਲਮੇਲ ਦੇ ਵਿੱਚ ਆ ਗਏ, ਫਿਰ ਮੈਂ ਇਹ ਗੱਲਾਂ, ਮੈਂ ਜੇ ਮੰਨ ਲਓ ਕਿਸੇ ਬੰਦੇ ਤੋਂ ਆਪਾਂ ਮਾਫੀ ਮੰਗਾਉਣੇ ਆ ਕਿ ਉਹਦੇ ਨਾਲ ਬਹੁਤ ਆਪਾਂ ਉੱਚੇ ਹੋ ਜਾਣਾ, ਕੋਈ ਮੇਰੀ ਆਪਣੀ ਭਾਵਨਾ ਤਾਂ ਇਸ ਤਰ੍ਹਾਂ ਦੀ ਹੈ ਨਹੀਂ ਕੋਈ ਵੀ ਆਪਾਂ ਕਿਸੇ ਕੋਲੋਂ ਮਾਫੀ ਮੰਗਾਈਏ। ਬਾਕੀ ਉਹ ਜੋ ਸਾਰੀ ਟੀਮ ਰਲ ਕੇ ਫੈਸਲਾ ਲੈ ਉਹ ਸਾਨੂੰ ਮੰਨਣਾ ਪੈਂਦਾ, ਉਹ ਮੈਂ ਪਹਿਲਾਂ ਹੀ ਕਿਹਾ ਕਿ ਮੈਂ ਇੰਟਰਨਲ ਗੱਲਾਂ ਬਾਹਰ ਨਹੀਂ ਕਰਦਾ। ਨਹੀਂ, ਤੁਸੀਂ ਮੈਂ ਤਾਂ ਸਵਾਲ ਪੁੱਛਿਆ ਕਿ ਤੁਸੀਂ ਲੱਖੇ ਦੇ ਖਿਲਾਫ ਬੜਾ ਬੋਲਦੇ ਰਹੇ ਹੋ ਵੀ ਲੱਖਾ ਬੜੀ ਛੇਤੀ ਲਾਈਵ ਹੋ ਜਾਂਦਾ, ਬੜਾ ਤੱਤਾ ਬੰਦਾ, ਉਹਨਾਂ ਦੇ ਪੰਗੇ ਪਾਤੇ ਸੀ, ਤੁਹਾਨੂੰ ਖੁਦ ਯਾਦ ਨਾ ਮੇਰੇ ਨਾਲ ਤੁਸੀਂ ਇੰਟਰਵਿਊ ਕੀਤਾ ਸੀ ਵੀ ਲੱਖੇ ਦੇ ਪਾਏ ਪੰਗੇ ਨੇ, ਲੱਖਾ ਜਾ ਕੇ ਲਾਈਵ ਹੋ ਗਿਆ, ਇੱਕ ਵਾਰੀ ਜਾ ਕੇ ਉਹਨੂੰ ਛੁਡਾ ਕੇ ਲੈ ਕੇ ਆਏ ਆ, ਸਾਨੂੰ ਫੋਨ ਕਰਦਾ ਪਿਆ ਸੀ। ਹੁਣ ਸਹਿਮਤੀ ਹੋ ਗਈ ਤੁਹਾਡੀ? ਨਹੀਂ ਉਹ ਦੇਖੋ, ਵਿਚਾਰਕ ਬਖਰੇਵੇਂ ਸੀ, ਮੈਂ ਕਦੇ ਨਹੀਂ ਕਿਹਾ ਮੈਂ ਉਹਨੂੰ ਛੁਡਾ ਕੇ ਲਿਆਇਆ। ਇਹ ਗੱਲ ਜ਼ਰੂਰ ਸੀਗੀ ਕਿ ਵਿਚਾਰਕ ਬਖਰੇਵੇਂ ਸਨ ਸਾਡੇ, ਜਿਹੜੇ ਵਿਚਾਰਕ ਬਖਰੇਵੇਂ ਹੋ ਸਕਦੇ ਨੇ, ਕਿਉਂਕਿ ਮੈਂ ਕਹਾਂ ਇੱਕ ਮਾਂ ਦੇ 5 ਪੁੱਤ ਹੁੰਦੇ ਨੇ, ਉਹਨਾਂ ਦੇ ਵਿਚਾਰ ਵੱਖਰੇ ਹੁੰਦੇ ਨੇ, ਤੇ ਉਹ ਏਡੀ ਨਹੀਂ ਗੱਲ। ਅਸੀਂ ਇੱਕੋ ਮਾਂ ਦੇ ਪੁੱਤ ਹਾਂ, ਸਾਡੀ ਮਾਂ ਹੈ ਪੰਜਾਬ ਭੂਮੀ, ਸਾਡੀ ਪੰਜਾਬੀ ਮਾਤਾ ਹੈ ਸਾਡੀ, ਇਸ ਕਰਕੇ ਅਸੀਂ ਪੰਜਾਬ ਦੇ ਰਹਿਣ ਵਾਲੇ ਹਾਂ, ਇੱਕੋ ਮਾਂ ਦੇ ਪੁੱਤ ਹਾਂ। ਵਿਚਾਰਕ ਵੱਖਰੇਵੇਂ ਹੋ ਸਕਦੇ ਨੇ ਪਰ ਭਾਈ ਇਕੱਠੇ ਹੋ ਕੇ ਵੀ ਬਹਿੰਦੇ ਨੇ। ਸੋ ਹੁਣ ਸਾਨੂੰ, ਅਸੀਂ ਇਕੱਠੇ ਹੋ ਕੇ ਬੈਠੇ ਹਾਂ, ਤੁਸੀਂ ਸਾਡੀ ਮਦਦ ਕਰੋ ਹੋਰ ਇਕੱਠੇ ਹੋਣ ਦੇ ਵਿੱਚ, ਇਹਨੂੰ ਵੱਖਰੇਵਿਆਂ ਨੂੰ ਅਸੀਂ ਦੂਰ ਕੀਤਾ, ਹੁਣ ਸਾਨੂੰ ਹੋਰ ਜੋੜੋ ਸਗੋਂ। ਨਹੀਂ, ਕਹਿੰਦੇ ਮਨਜੀਤ ਰਾਏ ਦੇ ਦਬਾਅ ਵੀ ਬੜਾ ਹੈਗਾ ਇਹ ਚੀਜ਼ਾਂ ਨੂੰ ਲੈ ਕੇ ਵੀ ਤੁਸੀਂ ਸਾਧਨ ਨੂੰ ਇਕੱਠੇ ਕਰਨਾ ਹੈਗਾ, ਤੁਹਾਡੇ ਤੇ ਇੰਟਰਨਲ ਦਬਾਅ ਵੀ ਹੈਗਾ ਤੇ ਬਾਹਰੋਂ ਵੀ ਦਬਾਅ ਆ ਰਿਹਾ, ਬਾਹਰ ਦਾ ਮਤਲਬ ਕਿ ਵਿਦੇਸ਼ਾਂ 'ਚ ਵੀ ਦਬਾਅ ਹੈਗਾ। ਉਹ ਤੁਸੀਂ ਕਿਸ ਨੇ ਵੀ ਗੱਲ ਕਹੀ ਹੈ ਕਿ ਲੱਖੇ ਨਾਲ ਲੈ ਕੇ ਚੱਲਣਾ ਪੈਣਾ, ਨਹੀਂ ਤੁਹਾਡੀ ਫੰਡਿੰਗ ਬਾਅਦੋਂ ਬੰਦ ਹੋ ਜਾਏਗੀ। ਨਹੀਂ, ਮੈਂ ਫੰਡਿੰਗ ਦੀ ਗੱਲ ਨਹੀਂ ਕੀਤੀ, ਪੈਸੇ ਜਿਹੜੇ ਤੁਹਾਨੂੰ ਆਉਂਦੇ ਨੇ ਇਹ ਤੁਸੀਂ ਕਿਸ ਨੂੰ ਜ਼ਿਕਰ ਕੀਤਾ? ਨਹੀਂ, ਮੈਂ ਫੰਡਿੰਗ ਦੀ ਗੱਲ ਨਹੀਂ ਕੀਤੀ। ਇਹ ਜ਼ਰੂਰ ਕਿਹਾ ਮੈਂ ਕਿ ਸਾਡੇ NRI ਵੀਰਾਂ ਦਾ ਵੱਡਾ ਯੋਗਦਾਨ ਹੈ ਇਸ ਸਾਡੇ ਸੰਘਰਸ਼ ਦੇ ਵਿੱਚ। ਹੁਣ ਤੱਕ ਫਾਈਨੈਂਸ਼ੀਅਲ ਉਹਨੀ ਸਪੋਰਟ ਵੱਡੀ ਕੀਤੀ ਹੈ ਜਿੰਨੇ NRI ਵੀਰ ਨੇ। ਇਹ ਅੰਦੋਲਨ ਮੈਂ ਕਹਾਂਗਾ ਵੀ ਇੱਕ ਤਰ੍ਹਾਂ ਜਿਵੇਂ ਕਿਤੇ ਕਹਿੰਦੇ ਡਿੱਗਦੇ ਮਕਾਨ ਨੂੰ ਡਾਹੀ ਦਿੱਤੀ ਹੁੰਦੀ ਨਾ, ਉਹ NRI ਭਰਾਵਾਂ ਨੇ ਦੇ ਰੱਖੀ ਹੈ ਹਾਲ ਦੀ ਘੜੀ, ਵੀ ਜੇ ਕਿਸੇ ਚੀਜ਼ ਦੀ ਕਮੀ ਪੇਸ਼ੀ ਹੁੰਦੀ ਉਹ ਕਹਿੰਦੇ ਸਾਨੂੰ ਫੋਨ ਕਰੋ, ਅਸੀਂ ਤੁਰੰਤ ਭੇਜਦੇ ਹਾਂ। ਅਸੀਂ ਉਹਨਾਂ ਵੀਰਾਂ ਦਾ ਕਿਵੇਂ ਮੋੜ ਸਕਦੇ ਹਾਂ? ਬਾਹਰੋਂ ਪ੍ਰੈਸ਼ਰ ਸੀ ਇਸ ਕਰਕੇ ਨਹੀਂ, ਉਹਨਾਂ ਦਾ ਇੱਕੋ ਹੀ ਸੀ ਵੀ ਇਕੱਠੇ ਹੋ ਜਾਓ ਯਾਰ, ਜਿਹੜਾ ਵੀ ਬਾਹਰੋਂ NRI ਵੀਰ, ਕਿਉਂਕਿ ਮੈਂ ਦੁਆਬਾ ਬੈਲਟ ਤੋਂ ਆਉਣਾ, ਸਾਡਾ ਦੁਆਬਾ ਸਾਰਾ ਬਾਹਰ ਗਿਆ ਹੋਇਆ, ਤੇ ਬਾਹਰੋਂ ਜਿਹਦਾ ਵੀ ਫੋਨ ਆਉਂਦਾ ਸੀ ਉਹ ਕਹਿੰਦਾ ਯਾਰ ਇਕੱਠੇ ਨਹੀਂ ਹੋ ਸਕਦੇ ਆਪਾਂ, ਉਹ ਯਾਰ ਜਿਹੜੇ ਮਤਭੇਦ ਆ ਫੇਰ ਕਰ ਲਿਓ ਦੂਰ, ਆਪਾਂ ਜਿਹੜੀ ਸਰਕਾਰ ਨਾਲ ਲੜ ਰਹੇ ਹਾਂ ਬੜੀ ਜਾਬਰ ਸਰਕਾਰ ਹੈ, ਤੇ ਜੇ ਜਾਬਰ ਸਰਕਾਰ ਨਾਲ ਲੜਨਾ ਹੈ ਤਾਂ ਫਿਰ ਇਕੱਠੇ ਹੋ ਜਾਓ ਯਾਰ। ਜਦ ਇਹ ਗੱਲ ਆਉਂਦੀ ਸੀ ਵਾਰ-ਵਾਰ ਇਕੱਠੇ ਹੋਣ ਦੀ, ਤੇ ਫਿਰ ਆਪਾਂ ਨੂੰ ਇਕੱਠੇ ਹੋ ਜਾਣਾ ਚਾਹੀਦਾ। ਅੱਛਾ, ਇੱਕ ਹੋਰ ਬੜੀ ਚਰਚਾ ਚੱਲਦੀ ਪਈ ਹੈ ਕਿ ਇਹ ਮਤਾ ਜੋ ਤੁਹਾਨੂੰ ਮੈਂ ਹੁਣ ਦਿਖਾਇਆ ਫੋਨ ਦੇ ਉੱਤੇ, ਜਾਂ ਉਹਦੀ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਮਤੇ ਦੇ ਵਿੱਚ ਮਾਲਵਾ ਇੱਕ ਪਾਸੇ ਸੀ, ਦੁਆਬਾ ਤੇ ਮਾਝਾ ਇੱਕ ਪਾਸੇ ਸੀ, ਕਿ ਦੁਆਬੇ ਦੇ ਮਾਝੇ ਵਾਲਿਆਂ ਨੇ ਇਸ ਚੀਜ਼ ਦੀ ਹਮਾਇਤ ਕੀਤੀ ਹੈ ਕਿ ਲੱਖੇ ਨੂੰ ਬੋਲਣ ਦੇਣਾ ਚਾਹੀਦਾ, ਤੇ ਮਾਲਵਾ ਵਾਲਿਆਂ ਨੇ ਇਸ ਚੀਜ਼ ਦਾ ਵਿਰੋਧ ਕੀਤਾ ਕਿ ਲੱਖਾ ਮਾਫੀ ਮੰਗ ਕੇ ਆਵੇ। ਨਹੀਂ, ਮੈਂ ਤਾਂ ਕਹਿੰਦਾ 2 ਆਗੂ ਸਗੋਂ ਉਹਦੇ ਵਿੱਚ ਆ, ਜਿਹੜੀ 3 ਮੈਂਬਰੀ ਕਮੇਟੀ ਆ ਮਾਲਵੇ ਚੋਂ। ਆਪਾਂ ਇਹ ਕਿਵੇਂ ਕਹਿ ਸਕਦੇ ਹਾਂ? ਡੱਲੇਵਾਲ ਸਾਹਿਬ ਜਿਹੜੇ ਉਹ ਮਾਲਵੇ ਦੇ ਨੇ, ਔਰ ਜਿਹੜੇ ਦਰਸ਼ਨਪਾਲ ਜੀ ਉਹ ਮਾਲਵੇ ਦੇ ਨੇ, ਇਹ ਕਿਵੇਂ ਆਪਾਂ ਕਹਿ ਸਕਦੇ ਹਾਂ? ਇਹ ਤਾਂ ਗੱਲ ਗਲਤ ਹੈ, ਇਹ ਤੁਹਾਨੂੰ ਕਿਸੇ ਨੇ ਗਲਤ ਇਨਫੋਰਮੇਸ਼ਨ ਦਿੱਤੀ ਹੈ, ਔਰ ਇਹ ਮਾਝਾ ਮਾਲਵਾ ਦੁਆਬਾ ਦੀ ਗੱਲ ਨਹੀਂ। ਆਪਾਂ ਅੱਜ ਕਿਸਾਨੀ ਦੇ ਹਿੱਤ ਦੀ ਲੜਾਈ ਹੈ, ਸਾਰੇ ਆਪਾਂ ਕਿਉਂਕਿ ਚਰਚਾ ਇਹ ਉਸ ਪਾਸੇ ਚੱਲਦੀ ਪਈ ਨਾ, ਇਹ ਗੱਲਾਂ ਉਸ ਪਾਸੇ ਲੀਕ, ਕਿਉਂਕਿ ਤੁਹਾਡੇ ਦੇਖੋ ਇਹ ਜੋ ਤੁਹਾਨੂੰ ਮੈਂ ਚੀਜ਼ ਦਿਖਾਈ ਹੈ ਲੀਕ ਆਊਟ ਨਹੀਂ ਹੋਣੀ ਚਾਹੀਦੀ ਸੀ, ਤੁਸੀਂ ਕੀ ਫੈਸਲੇ ਕੀਤੇ, ਇਹ ਚੀਜ਼ਾਂ ਕਿਵੇਂ ਬਾਹਰ ਆ ਰਹੀਆਂ ਨੇ, ਇਹ ਕਾਗਜ਼ ਨਹੀਂ ਬਾਹਰ ਆਉਣੇ ਚਾਹੀਦੇ ਸੀ, ਇਹ ਤਾਂ ਸੋਸ਼ਲ ਮੀਡੀਆ ਤੇ ਘੁੰਮੀ ਜਾਂਦੇ ਨੇ। ਨਹੀਂ,
ਇਹ ਤਾਂ ਜਿਹੜੀ ਲੈਟਰ ਆ ਇਹ ਆਲਰੇਡੀ ਸਾਡੇ ਬੱਤੀਆਂ ਵਾਲੇ ਗਰੁੱਪ 'ਚ ਪਾ ਦਿੱਤੀ ਗਈ ਸੀ। ਤੁਸੀਂ ਹੁਣੇ ਕਹਿੰਦੇ ਵੀ ਇੰਟਰਨਲ ਚੀਜ਼ਾਂ ਤੁਸੀਂ ਬਾਹਰ ਨਹੀਂ ਦੱਸੋਗੇ ਨਾ ਰੱਖੋਗੇ, ਇਹ ਫਿਰ ਕਾਗਜ਼ ਕਿਵੇਂ ਬਾਹਰ ਆ ਗਏ? ਨਹੀਂ ਇਹ ਦੇਖੋ ਇੱਕ ਗੱਲ ਹੁੰਦੀ ਹੈ ਕਿ ਬੱਤੀਆਂ ਵਾਲੇ ਗਰੁੱਪ 'ਚ ਇਹ ਜਿਹੜਾ ਮਤਾ ਸੀ ਇਹ ਪਾ ਦਿੱਤਾ ਗਿਆ, ਔਰ ਬੱਤੀਆਂ ਵਾਲੇ ਗਰੁੱਪ 'ਚ ਇਕੱਲੇ ਬੱਤੀ ਨਹੀਂ ਹੈਗੇ ਨੇ, ਬੱਤੀਆਂ ਦੇ ਨਾਲ ਹੋਰ ਆਗੂ ਵੀ ਨੇ ਜਿਹੜੇ ਸਟੇਟ ਲੈਵਲ ਦੇ ਆਗੂ, ਸੈਕੰਡ ਲਾਈਨ ਦੇ, ਥਰਡ ਲਾਈਨ ਦੇ, ਤੇ ਉਹ ਕਿਸੇ ਕੋਲ ਹੋ ਗਈ ਹੋਏਗੀ। ਮੈਂ ਇਹਦੇ ਬਾਰੇ ਆਪਾਂ ਇਹ ਨਹੀਂ ਕਹਿ ਸਕਦੇ ਵੀ ਆਪਾਂ ਕਿਸੇ ਚੀਜ਼ ਨੂੰ ਗੋਪਨੀय, ਇੱਥੇ ਸਰਕਾਰਾਂ ਦੀਆਂ ਇੰਟਰਨਲ ਗੱਲਾਂ ਬਾਹਰ ਆ ਜਾਂਦੀਆਂ ਖੁੱਲ੍ਹ ਕੇ, ਜਿਹੜੀਆਂ ਬਹੁਤ ਹੀ ਗੋਪਨੀय ਰੱਖਦੇ ਨੇ, ਤੇ ਅਸੀਂ ਕਿਹੜਿਆਂ ਚੋਂ ਆ। ਸੋ ਇਹ ਕੋਈ ਏਡੀ ਵੱਡੀ ਗੱਲ ਨਹੀਂ, ਇਹਨੂੰ ਮੈਂ ਵੱਡੀ ਗੱਲ ਨਹੀਂ ਮੰਨਦਾ। ਇਹ ਹੋਰ ਵੀ ਗੱਲਾਂ ਕੋਈ ਆ ਸਕਦੀਆਂ ਨੇ। ਅੱਗੇ ਵੀ ਇੱਕ ਵਾਰੀ ਰੌਲਾ ਬੜਾ ਪਿਆ ਸੀ ਜੀ, 15-17 ਵਾਲੀ ਗੱਲ ਹੋ ਗਈ, ਐ ਸਰਕਾਰ ਦੇ ਹੋ ਗਈ, ਐ ਹੋ ਗਈ। ਇਹ ਕਈ ਵਾਰੀ ਗੱਲਾਂ ਹੋ ਜਾਂਦੀਆਂ ਨੇ, ਕੋਈ ਇਦਾਂ ਦੀ ਗੱਲ ਨਹੀਂ ਹੈ। ਪਰ ਮੈਂ ਇਹ ਗੱਲ ਸਮਝਦਾ ਵੀ ਸਾਨੂੰ ਆਪੂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਵੀ ਇੰਟਰਨਲ ਗੱਲ ਬਾਹਰ ਨਾ ਜਾਵੇ। ਤੁਹਾਡੇ ਵੀ ਇਲਜ਼ਾਮ ਲੱਗਦੇ ਆਏ ਨੇ ਕਿ ਤੁਸੀਂ ਬੜੀਆਂ ਸੋਸ਼ਲ ਮੀਡੀਆ ਤੁਹਾਡੀ ਤਸਵੀਰਾਂ ਵਾਇਰਲ ਕੀਤੀਆਂ ਗਈਆਂ ਕਿ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਵਿਅਕਤੀ ਹੋ, ਤੁਹਾਨੂੰ ਫਿੱਟ ਕੀਤਾ ਗਿਆ ਇੱਥੇ ਜਾ ਕੇ, ਤੁਹਾਨੂੰ ਖੁਦ ਪਤਾ ਇਸ ਚੀਜ਼ ਦਾ ਲੈ ਕੇ ਤੁਸੀਂ ਸ਼੍ਰੋਮਣੀ ਅਕਾਲੀ ਦਲ ਵਿੱਚ ਰਹਿ ਵੀ ਚੁੱਕੇ ਹੋ, ਉਸ ਉੱਪਰ ਚਰਚਾਵਾਂ ਬੜੀਆਂ ਚੱਲੀਆਂ, ਫਿਰ ਤੁਸੀਂ ਸਫਾਈ ਵੀ ਦਿੰਦੇ ਨਜ਼ਰ ਆਏ ਹੋ ਕਿ ਮਨਜੀਤ ਰਾਏ ਨੇ ਸ਼੍ਰੋਮਣੀ ਅਕਾਲੀ ਦਲ ਛੱਡ ਦਿੱਤੀ ਹੈ, ਫਿਰ ਉਸ ਉੱਪਰ ਚਰਚਾ ਚੱਲ ਜਾਂਦੀ ਕਿ ਨਹੀਂ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹੀ ਹੋ, ਇੱਦਾਂ ਦੀ ਗੱਲਾਂ ਸਾਰੀਆਂ ਉਸ ਪਾਸੇ ਦੱਸਦੇ ਹੋ। ਨਹੀਂ, ਮੈਂ ਇਹ ਗੱਲ ਕਹਾਂਗਾ, ਦੇਖੋ ਇਹ ਵਿਸ਼ਵਾਸ ਕਰਨਾ ਨਾ ਕਰਨਾ ਉਹ ਤਾਂ ਕਹਿੰਦੇ ਆ ਕਿ ਅੰਦਰਲੀ ਭਾਵਨਾ, ਜਿਹੜਾ ਵਹਿਮ ਹੈ ਉਹਦਾ ਕੋਈ ਇਲਾਜ ਨਹੀਂ ਹੈ ਨਾ, ਇਹ ਸਿਆਣੇ ਨੇ ਕਿਹਾ, ਜੇ ਵਹਿਮ ਭਰਮ ਹੈ ਉਹਦਾ ਕੋਈ ਇਲਾਜ ਨਹੀਂ। ਪਰ ਮੈਂ ਸਪਸ਼ਟ ਇਹ ਗੱਲ ਕਰ ਦੇਣਾ ਚਾਹੁੰਦਾ ਵੀ 2015 'ਚ ਮੈਂ ਕੌਂਸਲਰ ਬਣਿਆ ਅਕਾਲੀ ਦਲ ਤੋਂ। 2015 'ਚ ਹੀ ਮੇਰੇ ਮੋਰਚੇ ਦੇਖ ਲੈਣ ਕੱਢ ਕੇ 2015 2 ਸਤੰਬਰ ਨੂੰ ਵੱਡਾ ਮੋਰਚਾ ਜਲੰਧਰ ਲੱਗਾ ਮੇਰੀ ਪ੍ਰਧਾਨਗੀ 'ਚ, ਔਰ ਪ੍ਰਕਾਸ਼ ਸਿੰਘ ਬਾਲ ਦੀ ਸਰਕਾਰ ਦੇ ਧੌਣ ਤੇ ਗੋਡਾ ਰੱਖ ਕੇ 50 ਰੁਪਏ ਪ੍ਰਤੀ ਕੁਇੰਟਲ ਕਿਸਾਨਾਂ ਨੂੰ ਦਵਾਏ, ਜਾਣੀ ਕਿ 50 ਰੁਪਏ ਪ੍ਰਤੀ ਕੁਇੰਟਲ ਛੋਟੀ ਗੱਲ ਨਹੀਂ ਹੁੰਦੀ, 20,000 ਰੁਪਈਆ ਪਰ ਏਕੜ ਹੁੰਦਾ ਉਹ, ਤੇ ਉਹ ਸਾਰੇ ਪੰਜਾਬ ਦੇ ਗੰਨਾ ਕਿਸਾਨਾਂ ਨੂੰ ਦਵਾਇਆ। ਸੋ ਇਹ ਆਪਾਂ, ਮੈਨੂੰ ਪਾਰਟੀ ਨੇ ਬੜਾ ਉੱਪਰੋਂ ਦਬਾਅ ਦਿੱਤਾ ਵੀ ਤੁਸੀਂ ਪਾਰਟੀ ਸਿੰਬਲ ਤੋਂ ਇਲੈਕਸ਼ਨ ਲੜੀ, ਇਹ ਹੋਇਆ ਉਹ ਹੋਇਆ। ਮੈਨੂੰ ਤਾਂ ਪਾਰਟੀ ਵਾਲੇ ਵੀ ਕਾਮਰੇਡ ਕਹਿੰਦੇ ਨੇ, ਹੁਣ ਵੀ ਕਈ ਫੇਸਬੁੱਕ ਤੇ ਕਾਮਰੇਡ ਆਖੀ ਜਾਂਦੇ ਨੇ, ਕੋਈ ਇਹ ਇਦਾਂ ਦੀ ਪਰਵਾਹ ਨਹੀਂ ਹੁੰਦੀ। ਜਦੋਂ ਆਪਾਂ ਅੱਗੇ ਹੋ ਕੇ ਲੱਗਣਾ ਤੇ ਸਾਨੂੰ ਬਹੁਤ ਕੁਝ ਝੋਲੀ 'ਚ ਪਾਉਣਾ ਪਏਗਾ, ਬਹੁਤ ਕੁਝ ਸਮੇਟਣਾ ਪਏਗਾ। ਅੱਛਾ, ਇੱਕ ਤਸਵੀਰ ਹੋਰ ਵਾਇਰਲ ਹੋ ਰਹੀ ਸੀ, ਤੁਸੀਂ ਪਤੀ ਸਪਸ਼ਟੀਕਰਨ ਦਿੱਤਾ ਕਿ ਰਾਧਾ ਸਵਾਮੀ ਦੀ ਫੋਟੋ ਲੈ ਕੇ ਤੁਹਾਨੂੰ ਵਾਇਰਲ ਕਰ ਦਿੱਤਾ ਗਿਆ ਵੀ ਤੁਸੀਂ ਡੇਰੇ ਵਾਲੇ ਪਾਸ ਸਮਾਨੇ ਹੋ, ਤੁਸੀਂ ਉਦੋਂ ਫਿੱਟ ਕੀਤੇ ਗਏ ਹੋ, ਤੁਹਾਨੂੰ ਯਾਦ ਹੋਣਾ ਚਰਚਾ ਇਹ ਛਿੜ ਗਈ ਸੀ ਵਿੱਚ ਇੱਕ ਵਾਰੀ। ਮੈਂ ਇੱਕ ਗੱਲ ਕਹਾਂ, ਇਹ ਠੀਕ ਹੈ ਗੱਲ ਵੀ ਸਾਡੇ ਬਜ਼ੁਰਗ ਹੁਣ ਤੱਕ ਜਾਂਦੇ ਰਹੇ ਆ ਡੇਰਾ ਬਿਆਸ। ਮੈਂ ਇਹ ਗੱਲ ਕਹਾਂ ਵੀ ਕਿਸੇ ਆਦਮੀ ਕੋਈ ਕਿਸੇ ਧਰਮ ਨਾਲ ਜੁੜਿਆ, ਕੋਈ ਕਿਸੇ ਧਰਮ ਨਾਲ ਜੁੜਿਆ, ਆਪਾਂ ਇਹ ਅੰਦੋਲਨ ਨੂੰ ਧਰਮ ਨਾਲ ਜੋੜਨਾ ਹੈ। ਅੰਦੋਲਨ ਦੇ ਵਿੱਚ ਤਾਂ ਸਾਡੇ ਹਿੰਦੂ ਭਾਈ ਵੀ ਨੇ, ਮੁਸਲਮਾਨ ਭਾਈ ਵੀ ਨੇ, ਇਹਦੇ ਵਿੱਚ ਸਿੱਖ ਭਰਾ ਵੀ ਨੇ, ਫਿਰ ਆਪਾਂ ਇੱਧਰ ਨੂੰ ਕਿਉਂ ਜਾਂਦੇ? ਧਰਮਾਂ ਦੇ ਵੱਖਰੇਵੇਂ ਕਾਹਦੇ? ਅਸੀਂ ਤਾਂ ਵੰਡੀਆਂ ਕਿਉਂ ਪਾਈਆਂ ਜਾ ਰਹੀਆਂ ਨੇ? ਇਹ ਵੰਡੀਆਂ ਖਾਮ-ਖਾ ਪਾਈਆਂ। ਇਹ ਤਾਂ ਉਹ ਕੁਛ ਸੱਜਣ ਨੇ ਜਿਹੜੇ ਸਾਡੇ ਫੇਸਬੁੱਕ ਤੇ ਬੈਠੇ ਨੇ, ਸਾਡੇ ਵੀਰ ਹੈ ਨਾ, ਉਹ ਕਹਿ ਦਿਓ ਕਿ ਫੇਸਬੁੱਕ ਦੇ ਪਾੜੇ ਕਹਿ ਸਕਦੇ ਆ, ਫੇਸਬੁੱਕ ਦੇ ਮਰੀਜ਼ ਕਹਿ ਸਕਦੇ ਆ। ਉਹ ਲੋਕ ਜਿਹੜੇ ਬੈਠੇ ਉੱਥੇ, ਉਹ ਬੈਠੇ ਐ ਕਿੰਤੂ ਪਰੰਤੂ ਕਿਸੇ ਦੇ ਕਰੀ ਜਾਣਾ, ਉਹ ਤਾਂ ਉੱਦਾਂ ਵੀ ਕਹੀ ਜਾਂਦੇ ਵੀ ਬੱਤੀ ਐ ਨਹੀਂ, ਆਉ ਨਹੀਂ, ਬੱਤੀਆਂ ਦੇ ਗਿੱਟਿਆਂ 'ਚ ਜਾਨ ਨਹੀਂ, ਐ ਫਲਾਨਾ। ਪਰ ਆਪਾਂ ਅੰਦੋਲਨ ਜਿੱਤਣਾ ਹੈ, ਤੇ ਸੋ ਇਹ ਜਿੱਤਣਾ ਕਰਕੇ ਆਪਾਂ ਨੂੰ ਇਹ ਧਿਆਨ ਨਹੀਂ ਦੇਣਾ ਵੀ ਕੋਈ ਕੀ ਬੋਲਦਾ ਹੈ। ਆਪਣਾ ਤਾਂ ਧਿਆਨ ਇੱਧਰ ਹੈ, ਸਿਰਫ ਤਾਂ ਸਿਰਫ ਆਪਣੀ ਜਾਬਰ ਸਰਕਾਰ ਦੇ ਨਾਲ ਟੱਕਰ ਹੈ, ਇਸ ਜ਼ਾਲਮ ਸਰਕਾਰ ਨੂੰ ਜਵਾਬ ਦੇਣਾ ਮੂੰਹ ਤੋੜ, ਤੇ ਇਸ ਅੰਦੋਲਨ ਨੂੰ ਜਿੱਤਣਾ ਹੈ। ਆਪਾਂ ਨੂੰ ਹੋਰ ਕੋਈ ਚੀਜ਼ ਨਹੀਂ, ਕੋਈ ਕੁਛ ਬੋਲੀ ਜਾਵੇ। ਤੁਸੀਂ ਹੁਣੇ ਜ਼ਿਕਰ ਕਰ ਰਹੇ ਸੀ ਕਿ ਲੱਖੇ ਸਿਧਾਣੇ ਵੱਲੋਂ ਵੀ ਇੱਕ ਚਿੱਠੀ ਆਈ ਹੈ, ਉਹ ਚਿੱਠੀ 'ਚ ਕੀ ਲਿਖਿਆ, ਇਸ ਦਾ ਜਵਾਬ ਆਇਆ ਜੋ ਤੁਸੀਂ ਚਿੱਠੀ ਸਾਰਾ ਸਮਝੌਤਾ ਪਾਇਆ ਗਿਆ ਸੀ 32 ਜਥੇਬੰਦੀਆਂ ਦਾ, ਹੁਣ ਲੱਖੇ ਸਿਧਾਣੇ ਵੱਲੋਂ ਚਿੱਠੀ 'ਚ ਕੀ ਲਿਖ ਕੇ ਆਇਆ? ਵੇਖੋ, ਉਹ ਚਿੱਠੀ ਉੱਥੇ ਡਾਕਟਰ ਸਾਹਿਬ ਵਿਖਾਉਂਦੇ ਸੀ, ਉਹ ਮੈਂ ਚਿੱਠੀ ਜਿਹੜੀ ਆ ਉਹ ਦੇਖ ਲਾਂਗੇ ਕੀ ਹੈ, ਪਰ ਉਹ ਚਿੱਠੀ ਦੇ ਬਾਰੇ ਡਾਕਟਰ ਸਾਹਿਬ ਜਾਇ ਦੱਸਣਗੇ, ਕਿਉਂਕਿ ਉਹ 3 ਮੈਂਬਰ ਹੀ ਦੱਸਣਗੇ। ਤੁਸੀਂ ਪੜ੍ਹੀ ਹੋਣੀ ਹੈ, ਤੁਹਾਡੇ ਕੋਲ ਤਾਂ ਹੋਣੀ ਨਹੀਂ। ਵੇਖੋ, ਉਹਨਾਂ ਦੇ ਵਿੱਚ ਮੈਨੂੰ ਉਸਲੇ ਪੜ੍ਹ ਕੇ ਉਹਨਾਂ ਨੇ ਸੁਣਾਈ ਸੀ, ਉਹਨਾਂ ਨੇ ਪੜ੍ਹ ਕੇ ਸੁਣਾਈ ਕਿ ਇਹਦੇ ਵਿੱਚ ਉਹਨੇ ਲਿਖਿਆ ਵੀ ਜਿਹੜੀਆਂ ਤਾਕਤਾਂ ਅੰਦੋਲਨ ਨੂੰ ਢਾਹ ਲਾਉਣਗੀਆਂ, ਮੈਂ ਉਹਨਾਂ ਦਾ ਬਿਲਕੁਲ ਸਾਥ ਨਹੀਂ ਦੇਵਾਂਗਾ। ਲੱਖੇ ਸਿਧਾਣੇ ਨੇ ਲਿਖਿਆ? ਹਾਂ, ਉਹਨੇ ਆਪਣੇ ਵੱਲੋਂ ਹੀ ਲਿਖਿਆ ਸਾਰਾ, ਮੈਂ ਲੱਖਾ ਸਿਧਾਣਾ। ਸੋ ਇਸ ਕਰਕੇ ਉਹਨੇ ਕਿਹਾ ਵੀ ਮੈਂ ਬੱਤੀਆਂ ਦੇ ਜਿਹੜਾ ਕਾਇਦੇ ਕਾਨੂੰਨ ਦੇ ਵਿੱਚ ਰਹਾਂਗਾ। ਇਹ ਸਾਰੀਆਂ ਗੱਲਾਂ ਜਿਹੜੀਆਂ ਉਹ ਦਰਸ਼ਨਪਾਲ ਜੀ ਨੇ ਪੜ੍ਹ ਕੇ ਸੁਣਾਈਆਂ ਉਸ ਵੇਲੇ। ਮਾਫੀ ਦਾ ਜ਼ਿਕਰ ਹੈਗਾ ਸੀ ਉਹਦੇ 'ਚ? ਨਹੀਂ, ਉਹਨੇ ਇਹ ਗੱਲ ਕਹੀ ਹੈ ਵੀ ਜਿਹੜੀਆਂ ਤਾਕਤਾਂ ਵੀ ਅੰਦੋਲਨ ਨੂੰ ਢਾਹ ਲਾਉਣ ਵਾਲੀਆਂ, ਮੈਂ ਉਹਨਾਂ ਦਾ ਸਾਥ ਬਿਲਕੁਲ ਨਹੀਂ ਦੇਵਾਂਗਾ, ਮੈਂ ਜ਼ਾਬਤੇ ਦੇ ਵਿੱਚ ਰਹਾਂਗਾ ਜਿਹੜੇ ਬੱਤੀਆਂ ਦੇ ਵਿੱਚ। ਹੁਣ ਇਹ ਤੋਂ ਪਰੇ ਕੀ ਗੱਲ ਹੋ ਸਕਦੀ ਹੈ? ਆਪਾਂ ਬਾਕੀ ਮੈਂ ਤੁਹਾਨੂੰ ਬਾਰ-ਬਾਰ ਇਹ ਗੱਲ ਕਹੂੰਗਾ, ਆਪਾਂ ਉਹਦਾ ਜ਼ਿਕਰ ਨਾ ਕਰੀਏ। ਜਦੋਂ ਗੱਲ ਹੀ ਮੁੱਕ ਗਈ ਕਿ 3 ਆਗੂਆਂ ਨੇ ਪੂਰੀ ਜ਼ਿੰਮੇਵਾਰੀ ਲੈ ਲਈ ਕਿ ਅਸੀਂ ਜ਼ਿੰਮੇਵਾਰ ਬੈਠੇ ਹਾਂ, ਤੇ ਫਿਰ ਆਪਾਂ ਉੱਤੇ ਕਿੰਤੂ ਪਰੰਤੂ ਕਰੀ ਜਾਈਏ। ਫਿਰ ਇਹਦਾ ਮਤਲਬ ਸਾਨੂੰ ਜਾਂ ਤਾਂ ਉਹ ਆਪਣੇ 3 ਆਗੂਆਂ ਤੇ, ਇਹਦਾ ਮਤਲਬ ਕੀ ਹੋਇਆ? ਫਿਰ ਅਸੀਂ ਆਪਣੇ 'ਚ ਦਰਾੜ ਪੈਦਾ ਕਰ ਰਹੇ ਹਾਂ, ਅਸੀਂ ਆਪਣੇ 3 ਆਗੂਆਂ ਤੇ ਕਿੰਤੂ ਪਰੰਤੂ ਕਰ ਰਹੇ ਹਾਂ। ਚਲੋ ਆਪਾਂ 3 ਆਗੂਆਂ ਤੇ ਆ ਜਾਂਦੇ ਆ ਕਿ ਇੱਕ ਚੀਜ਼ ਮੰਨ ਲਈਏ ਕਿ ਲੱਖੇ ਸਿਧਾਣੇ ਕੋਲ ਕੱਲ ਜੇ ਗੋਦੀ ਮੀਡੀਆ ਆਪਦੇ ਇੱਕ ਨੈਰੇਟਿਵ ਸਿਰਜਦਾ ਹੈ, ਉਸ ਤੋਂ ਬਾਅਦ ਕਹਿ ਵੀ ਸਕਦਾ ਗੋਦੀ ਮੀਡੀਆ ਕਿ ਲੱਖੇ ਸਟੇਜ ਤੇ ਚੜਾ ਲਿਆ, 1 ਲੱਖ ਦਾ ਨਾਮੀ ਹੈ, ਹੋ ਸਕੇ ਤੁਹਾਨੂੰ ਉਸ ਚੀਜ਼ ਦਾ ਅਟੈਕ ਵੀ ਕੀਤਾ ਜਾਵੇ। ਜੇ ਤੁਸੀਂ 3 ਜਥੇਬੰਦੀ ਦੀ ਆਗੂਆਂ ਦੀ ਗੱਲ ਕਰਦੇ ਵੀ 3 ਆਗੂ ਉਸ ਨੂੰ ਦੇਖਣਗੇ, ਕੀ ਤੁਹਾਨੂੰ ਵਾਕਈ ਲੱਗਦਾ ਕਿ ਤੁਹਾਨੂੰ ਕੁਛ ਨਹੀਂ ਕਿਹਾ ਜਾਊਗਾ? 3 ਆਗੂ ਨੂੰ ਕਹਿਣਗੇ ਲੋਕੀ, ਜੇ 3 ਆਗੂ ਨੂੰ ਫੜਨਗੇ ਤਾਂ 32 ਦੀ 32 ਸਾਰਿਆਂ ਨੂੰ ਤੁਹਾਨੂੰ ਕਿਹਾ ਜਾਊਗਾ ਨਾ, ਤੁਸੀਂ ਕਿਵੇਂ ਲੋਕਾਂ ਨੂੰ ਸਪਸ਼ਟੀਕਰਨ ਦੇਵੋਗੇ? ਨਹੀਂ, ਉਹਦਾ ਸਪਸ਼ਟੀਕਰਨ ਅਸੀਂ ਦੇਵਾਂਗੇ। ਮੈਂ ਕਹਿੰਦਾ ਮੈਨੂੰ ਸਵਾਲ ਕਰੇ ਗੋਦੀ ਮੀਡੀਆ, ਮੈਂ ਜਵਾਬ ਦੇਵਾਂਗਾ ਵੀ ਭਾਈ ਸਰਕਾਰ ਦੇ ਕਰਨੇ ਨਾ ਹੋ ਜਾਣਾ। ਸਰਕਾਰ ਤਾਂ ਸਾਨੂੰ ਅੱਤਵਾਦੀ ਕਹਿੰਦੀ ਆ, ਸਾਡੇ ਤੇ ਪਰਚੇ ਦਰਜ ਕੀਤੇ ਹੋ ਸਰਕਾਰ ਨੇ, ਮੇਰੇ ਤੇ 6 ਪਰਚੇ ਆ ਜੀ। ਇਸ ਅੰਦੋਲਨ 'ਚ ਵੀ ਪਰਚੇ 2 ਹੋਏ ਆ, 4 ਪਰਚੇ ਪਹਿਲਾਂ ਤੋਂ ਮੇਰੇ ਤੇ ਸਟੈਂਡ ਹੈ। ਕੋਈ ਏਡੀ ਕਿਹੜੀ ਗੱਲ ਹੈ?
ਜੇ ਸਰਕਾਰ ਤਾਂ ਬੜਾ ਕੁਝ ਕਹਿੰਦੀ ਨਕਸਲਵਾਦੀ ਆ, ਇਹਨਾਂ ਨੂੰ ਫੰਡਿੰਗ ਬਾਹਰੋਂ ਹੋ ਰਹੀ ਹੈ, ਇਹ ਹੈ ਉਹ ਹੈ, ਤੇ ਸਰਕਾਰ ਦੇ ਕਹਿਣਾ ਹੋ ਜਾਣਾ। ਸਰਕਾਰ ਨੂੰ ਦੱਸਣ ਤਾਂ ਸੀ, ਉਹਦਾ ਦੋਸ਼ ਤਾਂ ਸਾਬਤ ਕਰਨ ਵੀ ਕੀ ਨੁਕਸਾਨ ਕੀਤਾ, ਕਿਹੜਾ ਨੌਜਵਾਨਾਂ ਨੇ ਨੁਕਸਾਨ ਕੀਤਾ ਸਰਕਾਰ ਦਾ। ਜੇ ਜਾ ਕੇ ਉੱਥੇ ਆਪਣਾ ਕੇਸਰੀ ਝੰਡਾ ਲਾ ਦਿੱਤਾ ਹੈ ਤੇ ਉਹਦੇ ਨਾਲ ਕੀ ਅਪਮਾਨ ਹੋਇਆ ਜੀ। ਹੁਣ ਤਾਂ ਮੈਂ ਇਹ ਕਹੂੰਗਾ, ਜਿਹਨੂੰ ਅਸੀਂ ਅੱਜ ਤੋਂ ਲੈ ਕੇ ਸ਼ੁਰੂ ਤੋਂ ਮੰਨਦੇ ਰਹੇ ਹਾਂ ਕਿ ਜਿਹੜੀ ਸ਼ਿਵ ਸੈਨਾ ਇੱਕ ਤਰ੍ਹਾਂ ਦੀ ਪਾਰਟੀ ਹੈਗੀ ਹੈ, ਉਹਨਾਂ ਨੂੰ ਅਸੀਂ ਸ਼ੁਰੂ ਤੋਂ ਮੰਨਦੇ ਰਹੇ ਵੀ ਹਿੰਦੂ ਮਾਈਂਡਡ ਦੇ ਮੁਤਾਬਕ ਉਹ ਚੱਲਦੇ ਨੇ, ਉਹ ਕੱਟੜ ਹਿੰਦੂਵਾਦ ਦੇ ਨਾਲ ਚੱਲਦੇ ਨੇ। ਪਰ ਉਹਨਾਂ ਵੀਰਾਂ ਦੇ ਵੀ ਮੈਂ ਕਹੂੰਗਾ ਅਸੀਂ ਨਮਸਕਾਰ ਕਰਦੇ ਹਾਂ, ਝੁੱਕ ਕੇ ਉਹਨਾਂ ਸਲਾਮ ਕਰਦੇ ਉਹਨਾਂ ਦੀ ਸੋਚ ਨੂੰ। ਅੱਜ ਇਸ ਅੰਦੋਲਨ 'ਚ ਉਹ ਵੀ ਸਾਡੇ ਨਾਲ ਖੜੇ ਹੋਏ ਨੇ, ਉਹਨੇ ਕਿਹਾ ਕਿੱਥੇ ਅਪਮਾਨ ਹੋਇਆ। ਤੇ ਫਿਰ ਇਹ ਇੱਥੇ ਤਾਂ ਗੱਲ ਆ ਗਈ ਨਾ ਵੀ ਅੱਜ ਇਸ ਅੰਦੋਲਨ ਨੇ ਇੱਕ ਖੂਬਸੂਰਤੀ ਹੈ ਕਿ ਹਿੰਦੂ ਮੁਸਲਿਮ ਸਿੱਖ ਈਸਾਈ ਚਾਰੋਂ ਭਾਈ ਭਾਈ ਵਾਲਾ ਨਾਰਾ ਸੱਚ ਕਰ ਵਿਖਾਇਆ। ਸਰਕਾਰਾਂ ਵੰਡੀਆਂ ਪਾਉਣੀਆਂ ਸਨ, ਉਹ ਵੰਡੀਆਂ ਜਿਹੜੀਆਂ ਦੂਰ ਕਰਤੀਆਂ ਇਸ ਅੰਦੋਲਨ ਨੇ, ਫਿਰ ਇਹ ਵੰਡੀਆਂ ਰਹੀਆਂ ਨਹੀਂ। ਹੁਣ ਫਿਰ ਆਪਾਂ ਇਹ ਗੱਲਾਂ ਜਿਹੜੀਆਂ ਆ ਕਿਵੇਂ ਕਰੂਗੀ ਸਰਕਾਰ। ਸਰਕਾਰ ਤਾਂ ਪਹਿਲੇ ਝੂਠੀ ਸਾਹਿਬ ਤੋਂ ਹੀ ਕਹਿੰਦੇ ਤਿਰੰਗੇ ਦਾ ਅਪਮਾਨ, ਤਿਰੰਗੇ ਦਾ ਮਾਨ, ਪਰ ਪੂਰੇ ਸਮਾਜ ਨੇ, ਪੂਰੇ ਭਾਰਤ ਦੇ ਲੋਕਾਂ ਨੇ, ਹਰ ਵਰਗ ਨੇ ਕਹਿਤਾ ਵੀ ਕੋਈ ਅਪਮਾਨ ਨਹੀਂ ਹੋਇਆ। ਤੇ ਫਿਰ ਮੈਂ ਇਹ ਗੱਲ ਕਹਾਂ, ਜਦੋਂ ਲੋਕ ਰਹਿ ਕੋਈ ਬਣ ਜਾਂਦੀ ਆ ਤੇ ਬੜੀਆਂ ਸਰਕਾਰਾਂ ਝੁਕ ਜਾਇਆ ਕਰਦੀਆਂ। ਮੇਰਾ ਇੱਕ ਆਖਰੀ ਸਵਾਲ ਇਹੀ ਹੈ, ਸੁਰਜੀਤ ਸਿੰਘ ਫੂਲ ਮਾਫੀ ਮੰਗ ਸਕਦੇ ਨੇ, ਉਹ ਆਗੂ ਨੇ, ਜਥੇਬੰਦੀ ਦੇ ਆਗੂ ਨੇ, ਪਰ ਲੱਖੇ ਹਜ਼ਾਰਾਂ ਮਾਫੀ ਨਹੀਂ ਮੰਗੇਗਾ। ਜਿਵੇਂ ਤੁਸੀਂ ਹੁਣ ਗੱਲ ਕਹਿ ਰਹੇ ਹੋ, ਉਹ ਬਿਨਾਂ ਮਾਫੀ ਮੰਗੇ ਸਟੇਜ ਤੇ ਜਾ ਰਿਹਾ, ਇਹ ਗੱਲ ਸਹੀ ਹੈ? ਵੇਖੋ, ਇਹ ਦਰਸ਼ਨਪਾਲ ਜੀ ਨਾਲ ਗੱਲ ਹੋਈ ਆ, ਇਹ ਡੱਲੇਵਾਲ ਸਾਹਿਬ ਨਾਲ ਗੱਲ ਹੋਈ ਆ, ਉਹ ਦੱਸਣਗੇ। ਪਰ ਸਾਡੀ ਗੱਲ ਉਹਨਾਂ ਨੇ ਹੋਈ ਆ, ਉਹ ਕਹਿੰਦੇ ਸਾਡੀ ਫਾਈਨਲ ਗੱਲ ਹੋ ਗਈ ਆ, ਲੱਖਾ ਸਿਧਾਣਾ ਆ ਸਕਦਾ। ਅਸੀਂ ਕਿਹਾ ਬਿਲਕੁਲ ਆ ਸਕਦਾ। ਜੇ ਇੱਕੋ ਗੱਲ ਆਈ ਸੀ ਵੀ ਜਿਹਨਾਂ ਨੇ ਪੀਸੀ ਕੀਤੀ ਆ, ਪ੍ਰੈਸ ਕਾਨਫਰੰਸ ਕੀਤੀ ਆ, ਵੀ ਉਹਦੇ ਵਿੱਚ ਇਹਨਾਂ ਦੇ ਆਪਾਂ ਨਾਲ ਆ, ਅਸੀਂ ਤਾਂ ਉੱਥੇ ਗੱਲ ਇਹ ਨਿਬੇੜਤੀ ਜਦੋਂ ਉਹਨਾਂ ਨੇ ਕਿਹਾ ਵੀ ਸਾਡੀ ਜ਼ਿੰਮੇਵਾਰੀ ਆ, ਅਸੀਂ ਕਿ ਇਹਨਾਂ ਦੇ ਨਾਲ ਆ। ਬਾਕੀ ਤਾਂ ਸਪਸ਼ਟੀਕਰਨ ਉਹ ਦੇਣਗੇ, ਉਹਨਾਂ ਨੂੰ ਪੁੱਛਿਆ ਜਾਵੇ, ਉਹ ਸਵਾਲ ਦਾ ਜਵਾਬ ਦੇਣਗੇ। ਕੋਈ ਵੀ ਗਲਤੀ ਕਰੇਗਾ ਉਹਨੂੰ ਤਿੰਨਾਂ ਆਗੂਆਂ ਨੂੰ ਪੁੱਛੀਏ, ਤਿੰਨਾਂ ਆਗੂਆਂ ਨੂੰ ਮੀਡੀਆ ਗੱਲ ਕਰੇ, ਤੁਹਾਨੂੰ ਕੋਈ ਸਵਾਲ ਨਾ ਕਰੇ। ਨਹੀਂ ਸਵਾਲ ਕਰੇ ਅਸੀਂ, ਜੇਕਰ ਕੋਈ ਜਾਇਜ਼ ਹੋਊਗਾ ਸਵਾਲ ਤੁਹਾਡਾ ਜਵਾਬ ਦੇਵਾਂਗੇ ਜੀ, ਅਸੀਂ ਭੱਜਦੇ ਨਹੀਂ ਜਵਾਬ ਦੇਣ ਤੋਂ। ਮੈਂ ਤਾਂ ਬਾਰ-ਬਾਰ ਸਟੇਜਾਂ ਤੋਂ ਕਿਹਾ, ਚੈਲੰਜ ਕਰਕੇ ਕਿਹਾ, ਮੈਂ ਤਾਂ ਗੋਦੀ ਮੀਡੀਆ ਨੂੰ ਵੀ ਕਿਹਾ, ਮੈਂ ਤਾਂ ਆਪਣੇ ਨੌਜਵਾਨਾਂ ਨੂੰ ਕਿਹਾ ਵੀ ਤੁਸੀਂ ਭੱਜੋ ਨਾ ਇਹਨਾਂ ਦੇ ਅੱਜ ਤੱਕ ਵਾਲਿਆਂ ਦੇ, ਜੀ ਨਿਊਜ਼ ਵਾਲਿਆਂ ਦੇ, ਉਹ ਜਿਹੜਾ ਆਰ ਭਾਰਤ ਹੈ, ਇਹਨਾਂ ਚੈਨਲਾਂ ਵਾਲਿਆਂ ਦੇ ਮਗਰ ਨਾ ਭੱਜੋ। ਉਹ ਤਾਂ ਵਿਚਾਰੀਆਂ ਕੁੜੀਆਂ ਨੌਕਰੀ ਕਰਦੀਆਂ ਨੇ, ਉਹਨਾਂ ਨੂੰ ਆਪਾਂ ਦੜਾਈ ਫਿਰਦੇ ਹਾਂ ਜੀ, ਇਹ ਮੁਰਦਾਬਾਦ, ਗੋਦੀ ਮੀਡੀਆ ਮੁਰਦਾਬਾਦ। ਭਾਈ ਇਹ ਨਾ ਕਰੋ। ਜੇ ਤੁਸੀਂ ਜਵਾਬ ਦੇਣ ਲਈ ਸક્ષਮ ਨਹੀਂ ਹੈਗੇ ਤਾਂ ਫਿਰ ਤੁਸੀਂ ਇੱਦਾਂ ਕਿਉਂ ਕਰਦੇ ਹੋ? ਫਿਰ ਉਹਨਾਂ ਨੂੰ ਆਉਣ ਦਿਓ, ਆਗੂਆਂ ਦੇ ਮੂਹਰੇ ਕਰੋ, ਉਹ ਸਾਨੂੰ ਪੁੱਛਣ। ਤੁਸੀਂ ਕਹਿ ਦਿਓ ਅਸੀਂ ਨਹੀਂ ਤੁਹਾਡਾ ਜਵਾਬ ਦੇਣਾ, ਤੁਸੀਂ ਵਿਰੋਧ ਤੁਹਾਡਾ ਇੰਨਾ ਹੀ ਹੈ ਫਿਰ ਅਸੀਂ ਨਹੀਂ ਤੁਹਾਨੂੰ ਜਵਾਬ ਦੇ ਸਕਦੇ, ਆਗੂਆਂ ਨੂੰ ਪੁੱਛੋ ਤਾਂ ਫਿਰ ਅਸੀਂ ਜਵਾਬ ਦੇਵਾਂਗੇ। ਮੈਂ ਹਰ ਮੀਡੀਆ ਦਾ ਜਵਾਬ ਦੇਣ ਨੂੰ ਮੈਂ ਕਹਿੰਦਾ ਡਟ ਕੇ, ਛਾਤੀ ਵਜਾ ਕੇ, ਵੀ ਜਿਹੜਾ ਵੀ ਮੀਡੀਆ ਮੇਰੇ ਤੋਂ ਸਵਾਲ ਪੁੱਛੇ ਮੈਂ ਉਹਦਾ ਜਵਾਬ ਠੋਕ ਕੇ ਦਊਂਗਾ। ਰਜਿੰਦਰ ਸਿੰਘ ਜੀ ਦਾ ਇੰਟਰਵਿਊ ਕੀਤਾ ਸੀ, ਉਹ ਕਹਿੰਦੇ ਵੀ ਪੰਜਾਬੀ ਮੀਡੀਆ ਵਿੱਚ ਵੀ ਕੋਈ ਗੋਦੀ ਮੀਡੀਆ ਹੈਗੀ ਹੈ। ਉਹ ਕੱਲ ਪਰਸੋਂ ਇੰਟਰਵਿਊ ਕਰਕੇ ਗਏ ਸੀ, ਉਹ ਗੱਲ ਕਹਿ ਰਹੇ ਸੀ। ਤਾਂ ਲੱਗਦਾ ਗੱਲ ਕਰਨਾ ਜਾਇਜ਼ ਹੈ ਕਿ ਨਜਾਇਜ਼ ਹੈ? ਨਹੀਂ, ਇਹ ਉਹਨਾਂ ਦੇ ਪਰਸਨਲ ਵਿਚਾਰ ਹੋ ਸਕਦੇ, ਮੇਰੇ ਹਿਸਾਬ ਨਾਲ ਕੋਈ ਨਹੀਂ। ਆਪਾਂ ਤਾਂ ਜੇ ਪੰਜਾਬੀ ਮੀਡੀਆ ਨਾ ਹੁੰਦਾ, ਜੇ ਅੱਜ ਸਾਡਾ ਲੋਕਲ ਮੀਡੀਆ ਨਾ ਹੁੰਦਾ, ਸਾਡਾ ਅੰਦੋਲਨ ਤਾਂ ਕਦੋਂ ਦਾ ਹੀ ਨਹੀਂ ਵਿਗਾੜਤਾ ਸੀ, ਬਦਨਾਮ ਕਰਤਾ ਸੀ। ਔਰ ਸਾਡਾ ਜਿਹੜਾ ਤੁਸੀਂ, ਮੈਂ ਤੁਹਾਡੇ ਵੀ ਧੰਨਵਾਦੀ ਹਾਂ, ਤੁਸੀਂ ਵੀ ਉਹਦੇ ਵਿੱਚ ਹੀ ਹੋ। ਜਿੰਨਾ ਸਾਡਾ ਪੰਜਾਬ ਦਾ ਮੀਡੀਆ ਔਰ ਹਰਿਆਣੇ ਦਾ ਲੋਕਲ ਮੀਡੀਆ, ਸਾਰੇ ਮੀਡੀਆ ਨੇ, ਸਾਡੀ ਲੋਕਲ ਮੀਡੀਆ ਨੇ, ਸਾਰੀ ਸੋਸ਼ਲ ਮੀਡੀਆ ਨੇ ਜਿੰਨੀ ਸਾਡੀ ਸਪੋਰਟ ਕੀਤੀ ਆ। ਨੈਸ਼ਨਲ ਮੀਡੀਆ ਦੇ ਵੀ ਕੁਝ ਚੈਨਲ ਸਨ, ਜਿਵੇਂ NDTV ਹੈ, ਨਿਊਜ਼ ਨੇਸ਼ਨ ਹੈ, ਕੁਝ ਚੈਨਲ ਇੱਦਾਂ ਦੇ ਸਨ ਜਿਨ੍ਹਾਂ ਨੇ ਸਾਡੀ ਡਟ ਕੇ ਸਪੋਰਟ ਕੀਤੀ ਹੈ। ਸੋ ਇਹ ਆਪਾਂ ਕਵਾਂਗੇ ਸਾਰੇ ਮੀਡੀਆ ਨੂੰ ਨਹੀਂ, ਪਰ ਮੈਂ ਇਹ ਵੀ ਕਹੂੰਗਾ ਜੇ ਉਹਨਾਂ ਨੇ ਵੀ ਕੋਈ ਇੱਦਾਂ ਦੇ ਸਵਾਲ ਜਵਾਬ ਕੀਤੇ ਨੇ, ਇੱਦਾਂ ਦੇ ਸਵਾਲਾਂ ਜਵਾਬਾਂ ਦੇ ਵਿੱਚ ਕਿਤੇ ਘੇਰਿਆ ਵੀ ਆ ਕਿਸਾਨਾਂ ਨੂੰ, ਜਾਂ ਉਹ ਗਲਤ ਰੰਗਤ ਦੇਣ ਦੀ ਵੀ ਕੋਸ਼ਿਸ਼ ਕੀਤੀ ਆ ਵੀ ਇਹ ਜੀ ਖਾਲਿਸਤਾਨੀ ਨੇ, ਆ ਫੋਟੋਆਂ ਗਲਤ ਵਿਖਾ ਕੇ, ਮੈਂ ਫੇਰ ਵੀ ਕਹੂੰਗਾ ਆਪਾਂ ਉਹਨਾਂ ਨੂੰ ਭਜਾਈਏ ਨਾ, ਦੜਾਈਏ ਨਾ, ਉਹਨਾਂ ਨੂੰ ਕਹੀਏ ਆਓ ਅਸੀਂ ਤੁਹਾਡਾ ਜਵਾਬ ਦਿੰਦੇ ਆ, ਪੁੱਛੋ ਸਾਨੂੰ, ਅਸੀਂ ਖਾਲਿਸਤਾਨੀ ਆ, ਪੁੱਛੋ ਸਾਨੂੰ ਫੰਡਿੰਗ ਕਿੱਥੋਂ ਹੁੰਦੀ ਹੈ ਦੱਸੀਏ, ਇੱਕ ਗੱਲ ਦਾ ਜਵਾਬ ਦੇਵਾਂਗੇ। ਪਰ ਉਹ ਜਿਹੜੀ ਗੱਲ ਹੈ, ਸਾਡੇ ਜਿਹੜੇ ਨੌਜਵਾਨਾਂ ਨੂੰ ਭਜਾਉਂਦੇ ਨੇ ਕਿਤੇ ਨਾ ਕਿਤੇ, ਇਹ ਵੀ ਅੰਦੋਲਨ ਦੇ ਖਿਲਾਫ ਜਾਂਦਾ ਵੀ ਇਹ ਲੱਗਦਾ ਵੀ ਇਹ ਜਵਾਬ ਦੇਣ ਦੇ ਸક્ષਮ ਨਹੀਂ ਹੈਗੇ, ਇਹਨਾਂ ਨੂੰ ਵਾਕਿਆ ਕਿਤੇ ਫੰਡਿੰਗ ਹੁੰਦੀ ਹੋਏਗੀ ਜਿਹੜਾ ਇਹ ਜਵਾਬ ਨਹੀਂ ਦੇ ਪਾਉਂਦੇ। ਮੈਂ ਇਹ ਕਹਿਣਾ ਕਿ ਆਵੇ ਗੋਦੀ ਮੀਡੀਆ ਮੇਰੇ ਤੋਂ ਸਵਾਲ ਜਵਾਬ ਕਰੇ, ਉਹਦਾ ਜਵਾਬ ਬਿਲਕੁਲ ਅਸੀਂ ਦੇਵਾਂਗੇ। ਤਾਂ ਲੱਗਦਾ ਕਿ ਇੱਕ ਨੀਤੀ ਹੁੰਦੀ ਹੈ ਸਰਕਾਰ ਦੀ ਕਿ ਉਲਝਾ ਲਿਆ ਜਾਵੇ। ਹੁਣ ਕਿ ਆਪਾਂ ਵੀ ਇੱਥੇ ਉਲਝ ਕੇ ਰਹਿ ਗਏ ਹਾਂ ਵੀ ਸਟੇਜ ਤੋਂ ਕਿਹੜਾ ਬੋਲੂਗਾ, ਕਿਹੜਾ ਆਊਗਾ। ਇਹ ਚਰਚਾ ਇੱਥੇ ਛਿੜ ਗਈ ਹੈ, ਇਸ ਉੱਪਰ ਚਰਚਾ ਹੋਣੀ ਨਹੀਂ ਚਾਹੀਦੀ ਸੀ। ਚਰਚਾ ਫਿਰ 3 ਕਾਨੂੰਨ ਨੂੰ ਲੈ ਕੇ ਹੋਣੀ ਚਾਹੀਦੀ ਸੀ। ਪਰ ਇਸ ਪਾਸੇ ਕਿੱਦੋਂ ਤੁਰ ਪਏ ਹਾਂ ਵੀ ਉਹ ਬੋਲੂਗਾ ਕਿ ਨਹੀਂ ਬੋਲੂਗਾ, ਮੀਟਿੰਗਾਂ 2 ਚੱਲ ਪੈਂਦਾ। ਇਹ ਜ਼ਰੂਰੀ ਨਹੀਂ ਕਿ 3 ਕਾਲੇ ਬਿੱਲ ਜਿਹੜੇ ਨੇ ਰੱਦ ਕਰਾਉਣੇ ਜ਼ਰੂਰੀ ਨੇ। ਨਹੀਂ, ਕੁਛ ਲਿਮਿਟੇਸ਼ਨ ਹੁੰਦੀਆਂ ਨੇ, ਕਿਉਂਕਿ ਇਹ ਜਿਹੜੀ ਸਟੇਜ ਹੈ ਵਰਲਡ ਦੀ ਸਟੇਜ ਹੈ, ਇਹਨੂੰ ਪੂਰਾ ਵਰਲਡ ਵੇਖ ਰਿਹਾ। ਇਹ ਅੰਦੋਲਨ ਛੋਟਾ ਅੰਦੋਲਨ ਨਹੀਂ ਰਹਿ ਗਿਆ। ਇਹ ਅੰਦੋਲਨ ਹੁੰਦਾ ਆਪਣਾ SDM ਲੈਵਲ ਤੱਕ, ਤਹਿਸੀਲ ਲੈਵਲ ਤੱਕ, ਕੋਈ ਵੀ ਸਟੇਜ ਤੋਂ ਬੋਲੀ ਜਾਵੇ ਉਹ ਗੱਲ ਰਹਿ ਜਾਂਦੀ ਜ਼ਿਲ੍ਹੇ ਦੇ ਵਿੱਚ। ਇਹ ਹੁਣ ਤੁਹਾਡੀ ਗੱਲ ਜਿਹੜੀ ਆ, ਜਿੰਨਾ ਮੀਡੀਆ ਸਾਡਾ ਨੈਸ਼ਨਲ ਮੀਡੀਆ ਵਰਲਡ ਦੇਖ ਰਿਹਾ, ਜਿੱਥੇ ਜਿੱਥੇ ਸਾਡੇ ਪੰਜਾਬੀ ਭਰਾ ਬੈਠੇ ਨੇ ਬਾਹਰ, ਜਾਂ ਜਿੱਥੇ ਵੀ ਸਾਡੇ ਭਾਰਤ ਦੇ ਸਪੂਤ ਬੈਠੇ ਨੇ, ਕਿਸੇ ਵੀ ਸਟੇਟ ਦੇ ਹੋਣ, ਉਹ ਜਿੱਥੇ ਵੀ ਬੈਠੇ ਨੇ ਉਹ ਅੰਦੋਲਨ ਨੂੰ ਵੇਖ ਰਹੇ ਨੇ। ਉਹ ਤੇ ਜੇ ਉਹ ਵੇਖ ਰਹੇ ਨੇ, ਵਰਲਡ 'ਚ ਜਾ ਰਿਹਾ ਹੈ, ਤੇ ਸਟੇਜ ਤੋਂ ਕੋਈ ਮਾੜਾ ਚੰਗਾ ਸ਼ਬਦ ਕਹਿ ਦੇਵੇ, ਉਹ ਵੀ ਸਾਡੇ ਬੱਤੀਆਂ ਤੇ ਉਂਗਲ ਉੱਠਣੀ ਹੈ ਵੀ ਇਹ ਸਟੇਜ ਤੇ ਕੀ ਕਰਦੇ ਨੇ, ਇਹਨਾਂ ਤੋਂ ਸਟੇਜ ਨਹੀਂ ਸਾਂਭੀ ਜਾਂਦੀ, ਇਹ ਅੰਦੋਲਨ ਦੇ ਕਾਬਲ ਹੀ ਹੈ ਨਹੀਂਗੇ।
ਇਸ ਕਰਕੇ ਸਾਡੀ ਮਜਬੂਰੀ ਹੁੰਦੀ, ਕਈਆਂ ਕੋਲੋਂ ਮਾਈਕ ਫੜਨਾ ਪੈਂਦਾ, ਕਈਆਂ ਨੂੰ ਰੋਕਣਾ ਪੈਂਦਾ, ਕਈਆਂ ਨੂੰ ਟਾਈਮ ਲਈ ਸੀਮਿਤ ਕਰਨਾ ਪੈਂਦਾ। ਸੋ ਇਹ ਖੂਬਸੂਰਤੀ ਹੈ ਅੰਦੋਲਨ ਦੀ ਕਿ ਇੰਨੀਆਂ ਨੋਕਾਂ ਝੋਕਾਂ ਦੇ ਬਾਅਦ 8 ਮਹੀਨਿਆਂ ਤੋਂ ਫਿਰ ਅੰਦੋਲਨ ਜਿਹੜਾ ਪੀਸਫੁਲ ਸ਼ਾਂਤੀ ਨਾਲ ਚੱਲ ਰਿਹਾ, ਸਰਕਾਰਾਂ ਦੀਆਂ ਕੁਝੀਆਂ ਸਾਜ਼ਿਸ਼ਾਂ ਦੇ ਬਾਵਜੂਦ ਫਿਰ ਅੰਦੋਲਨ ਇਹ ਠੀਕ ਚੱਲ ਰਿਹਾ। ਇਹ ਅੰਦੋਲਨ ਦੀ ਖੂਬਸੂਰਤੀ ਹੈ। ਇਹ ਅਕਾਲ ਪੁਰਖ ਦਾ ਭਾਣਾ ਇਹਦੇ ਵਿੱਚ ਮੈਂ ਕਹਿੰਦਾ ਹੁੰਦਾ ਵੀ ਕਲਾ ਉਹਦੀ ਵਰਤ ਰਹੀ, ਉਹ ਵਾਹਿਗੁਰੂ ਆਪ ਵਿੱਚ ਬੈਠਾ। ਤੇ ਸਾਰੀ ਗੱਲਬਾਤ ਸੁਣੀਏ, ਸਾਡੇ ਨਾਲ ਮੌਜੂਦ ਸਨ ਮਨਜੀਤ ਰਾਏ, ਜਿਨ੍ਹਾਂ ਨੇ ਬਹੁਤ ਹੀ ਵਧੀਆ ਜਵਾਬ ਦਿੱਤੇ ਨੇ ਸਾਰੇ ਸਵਾਲਾਂ ਦੇ। ਲੱਖੇ ਸਾਹਿਬ ਨੇ ਲੈ ਕੇ ਬੜੀ ਚਰਚਾ ਛਿੜੀ ਹੋਈ ਸੀ ਕਿ ਉਹ ਸਟੇਜ ਤੋਂ ਬੋਲਣਗੇ ਜਾ ਕੇ ਉੱਥੇ, ਪਰ ਤੁਹਾਨੂੰ ਮੈਂ ਜੋ ਪਹਿਲਾਂ ਕਾਪੀ ਦਿਖਾਈ ਸੀ ਉਸ ਉੱਪਰ ਚੀਜ਼ਾਂ ਲਿਖੀਆਂ ਗਈਆਂ ਸੀ 32 ਜਥੇਬੰਦੀਆਂ ਵੱਲੋਂ ਕਿ ਲੱਖਾ 25-26 ਦੀਆਂ ਘਟਨਾਵਾਂ ਤੇ ਮਾਫੀ ਮੰਗੂਗਾ, ਉਹ ਮਤੇ ਨੂੰ ਪੜ੍ਹ ਕੇ ਸੁਣਾਇਆ ਜਾਏਗਾ ਸਟੇਜ ਦੇ ਉੱਤੇ ਲੱਖੇ ਸਿਧਾਣੇ ਦੀ ਮੌਜੂਦਗੀ ਦੇ ਵਿੱਚ। ਪਰ ਗੱਲ ਅੱਗੇ ਤੁਰਦੀ ਹੈ, 3 ਮੈਂਬਰ ਕਮੇਟੀ ਬਣਦੀ ਹੈ, ਉਹ ਚੀਜ਼ਾਂ ਨਹੀਂ ਹੋਈਆਂ। 25-26 ਨੂੰ ਜਨਵਰੀ ਨੂੰ ਲੈ ਕੇ ਉਹ ਚੀਜ਼ਾਂ ਨਹੀਂ ਹੋਈਆਂ। ਉਹ ਸਾਰੀ ਜ਼ਿੰਮੇਵਾਰੀ ਜੋ ਹੈ ਉਹ 3 ਆਗੂਆਂ ਲਈ ਹੈ, ਬਲਦੇਵ ਸਿੰਘ ਸੱਸਾ, ਡੱਲੇਵਾਲ ਤੇ ਡਾਕਟਰ ਦਰਸ਼ਨਪਾਲ ਜੀ ਨੇ। ਹੁਣ ਕੋਈ ਵੀ ਚੀਜ਼ ਹੁੰਦੀ ਹੈ, ਕੋਈ ਵੀ ਘਟਨਾ ਵਾਪਰਦੀ ਹੈ ਲੱਖੇ ਨੂੰ ਲੈ ਕੇ, ਤਾਂ ਇਹ 3 ਆਗੂ ਜ਼ਿੰਮੇਵਾਰ ਹੋਣਗੇ, ਬਾਕੀ ਨੇ ਆਪਣੇ ਆਪ ਨੂੰ ਉਸ ਤੋਂ ਬਾਹਰ ਰੱਖਿਆ ਹੋਇਆ ਹੈ। ਤਾਂ ਕਿਸ ਵੇਲੇ ਗੱਲ ਜਾਏਗੀ ਕੀ ਅੱਗੇ ਜਾ ਕੇ ਹੋਊਗਾ, ਇਹ ਕਹਿਣਾ ਹੁਣ ਠੀਕ ਨਹੀਂ ਹੈਗਾ, ਪਰ ਏਕਤਾ ਚਾਹੀਦੀ ਹੈ। ਨੌਜਵਾਨਾਂ ਤੋਂ ਬਿਨਾਂ ਵੀ ਇਹ ਸੰਘਰਸ਼ ਜਿਹੜਾ ਹੈ ਉਹ ਬੇਕਾਰ ਹੈ, ਕਿਉਂਕਿ ਨੌਜਵਾਨ ਹੋਣੇ ਜ਼ਰੂਰੀ ਹੈ, ਜੋਸ਼ ਵੀ ਹੋਣਾ ਜ਼ਰੂਰੀ ਹੈ ਤੇ ਹੋਸ਼ ਵੀ ਹੋਣਾ ਉੱਥੇ ਬਹੁਤ ਜ਼ਰੂਰੀ ਹੈ। ਤਾਂ ਤੁਸੀਂ ਪੰਜਾਬ ਨਿਊਜ਼ ਦੇ ਨਾਲ ਜੁੜੇ ਰਹਿਣਾ, ਵੀਡੀਓ ਨੂੰ ਸ਼ੇਅਰ ਕਰ ਦੇਣਾ, ਪੇਜ ਨੂੰ ਲਾਈਕ ਕਰ ਦੇਣਾ, ਤੁਹਾਨੂੰ ਪਲ ਪਲ ਦੀ ਅਪਡੇਟ ਅਸੀਂ ਦਿੰਦੇ ਰਹਾਂਗੇ।